ਪਰਬਤ ਸੁਆਮੀ ਓਟ ਗਹੀ ਮੈਂ ਤੇਰੀ ਨਾ ਤੁਮ ਡੋਲੋ ਨਾ ਹਮ ਗਿਰਤੇ रख लीनी हर मेरी सजन सचा पातशाह सिर साहां साह जिस पास बैठिया सोहीए सबना दावे साह। सतनाम श्री वाहिगुरु साहिब जी। आसा जब लग तेल दीवे मुख बाती तब सूझा सब कोई तेल जले बाती ठहरानी सोना मंदर होई जब लग तेल दीवे मुख बाती तब सूझा सब कोई तेल जले बाती ठहरानी सोना मंदर होई रे बावरे तोहे घरे न राखा कोई तू राम नाम जप सोई रहाओ काकी मात पिता कहो काको कावन पुरख की जोई काट फूटे कौ बात ना पूछा काढो काढो होई देहुरी बैठी माता रोवै खटिया ले गए भाई लट छिटकाई तिरिया रोवै हंस अकेला जाई कहत कबीर सुनहो रे संतो पै सागर कहताई इस बंदे सिर जुल्म होत है जम नहीं हटा गुसाई कहत कबीर सुनहो रे संत हो पै सागर का ताई इस बंदे सिर जुल्म होत है जम नहीं हटा गुसाई दो तुके वाहिगुरु जी का खालसा वाहिगुरु जी की फतेह। परम सन्मान योग सतगुरु चवर छतर तखत दे मालक पतित पावन भगत वशल कृपा सिंध शब्द गुरु सतगुरु धन 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 श्री गुरु ग्रंथ साहिब जी महाराज
ਸਤਿਗੁਰੂ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਜੁੜ ਮਿਲ ਬੈਠੀ ਸਤਿਕਾਰਯੋਗ ਸਾਧ ਸੰਗਤ ਜੀ, ਆਪ ਸਰਬੱਤਰ ਮਾਈ ਭਾਈ ਵੱਡਿਆਂ ਭਾਗਾਂ ਵਾਲੇ ਹੋ, ਜੋ ਇਸ ਬ੍ਰਹਿਮੰਡ ਦੇ ਸਭ ਤੋਂ ਬਰਕਤਮਈ ਅਸਥਾਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਅੱਜ ਅੰਮ੍ਰਿਤ ਵੇਲੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਨੇ ਸਾਡੇ ਕਲਯੁਗੀ ਜੀਵਾਂ ਦੇ ਉੱਪਰ ਕਿਰਪਾਲਤਾ ਦਇਆਲਤਾ ਕਰਦਿਆਂ ਹੋਇਆਂ, ਮਿਹਰਾਮਤ ਕਰਦਿਆਂ ਹੋਇਆਂ ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਜੀ ਵਿਖੇ ਤਖਤ ਸਿੰਘਾਸਨ ਉੱਪਰ ਪ੍ਰਕਾਸ਼ਮਾਨ ਹੋ ਕਰਕੇ ਪਾਵਨ ਪਵਿੱਤਰ ਬਚਨ ਸ੍ਰੀ ਮੁਖ ਵਾਕ ਜੀ ਦੇ ਰੂਪ ਅੰਦਰ ਸਾਡੀ ਝੋਲੀ ਵਿੱਚ ਪਾਏ ਹਨ। ਤਿਨਾਂ ਪਾਵਨ ਮੁਕੱਦਸ ਬਚਨਾਂ ਦੀ ਵਿਚਾਰ ਦੇ ਨਾਲ ਜੁੜਨ ਵਾਸਤੇ ਆਪ ਜੀ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਅਤੇ ਲਾਈਵ ਟੈਲੀਕਾਸਟ ਦੇ ਮਾਧਿਅਮ ਰਾਹੀਂ ਦੇਸ਼ ਵਿਦੇਸ਼ ਦੇ ਅੰਦਰ ਆਪਣੀ ਸੁਰਤ ਨੂੰ ਗੁਰ ਚਰਨਾਂ ਅੰਦਰ ਜੋੜ ਕਰਕੇ ਬੈਠੇ ਹੋ। ਆਓ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਸੋਂ ਪ੍ਰਾਪਤ ਹੋਏ ਇਸ ਮੁੱਖ ਵਾਕ ਦੀ ਵਿਚਾਰ ਨੂੰ ਕਰਨ ਤੇ ਸੁਣਨ ਤੋਂ ਪਹਿਲਾਂ ਸਾਹਿਬ ਜੀ ਦੇ ਪਾਸੋਂ ਬੇਨਤੀ ਕਰਕੇ ਇਹ ਦਾਤ ਮੰਗੀਏ, ਗਰੀਬ ਨਿਵਾਜ ਕਿਰਪਾ ਕਰੋ ਆਪ ਜੀ ਦੇ ਸ਼ਬਦ ਦਾ ਸਾਡੀ ਸੁਰਤ ਨਾਲ ਮੇਲ ਬਣ ਆਵੇ, ਤਾਂ ਜੋ ਗੁਰੂ ਕੀ ਪਵਿੱਤਰ ਬਾਣੀ ਦਾ ਜੋ ਅਸਲ ਲਾਹਾ ਜੋ ਲਾਭ ਹੈ ਉਹ ਸਾਡੇ ਜੀਵਨ ਨੂੰ ਪ੍ਰਾਪਤ ਹੋ ਸਕੇ। ਤੇ ਜਿਹੜਾ ਇਹ ਸਮਾਂ ਆਪਾਂ ਗੁਰੂ ਚਰਨਾਂ ਵਿੱਚ ਸੁਰਤ ਜੋੜਨੀ ਹੈ, ਜੁੜੀ ਹੋਈ ਸੁਰਤ ਦੇ ਸਦਕੇ ਇਹ ਸਮਾਂ ਸਤ ਸੰਗਤ ਦਾ ਹੋ ਨਿਬੜੇ। ਆਓ ਜੋ ਪਾਵਨ ਪਵਿੱਤਰ ਸ੍ਰੀ ਮੁਖ ਵਾਕ ਅੱਜ ਦੇ ਦਿਨ ਸਾਨੂੰ ਬਖਸ਼ਿਸ਼ ਹੋਏ ਹਨ, ਇਹਨਾਂ ਪਵਿੱਤਰ ਬਚਨਾਂ ਦੀ ਵਿਚਾਰ ਨਾਲ ਜੁੜੀਏ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਜਿਤਨੇ ਸਰੀਰ ਆਪ ਜੀ ਗੁਰੂ ਕੇ ਹਜ਼ੂਰ ਮਨ ਕਰਕੇ ਚਿੱਤ ਕਰਕੇ ਸਰੀਰ ਕਰਕੇ ਜੁੜ ਬੈਠੇ ਹੋ, ਬਾ ਅਦਬ ਸਾਹਿਬਾਂ ਨੂੰ ਸੀਸ ਝੁਕਾਓ, ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਸਾ ਜਬ ਲਗ ਤੇਲ ਦੀਵੇ ਮੁਖ ਬਾਤੀ, ਤਬ ਸੂਝੈ ਸਭ ਕੋਈ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾ ਬਖਸ਼ਿਸ਼ ਕਰਦਿਆਂ ਹੋਇਆਂ ਜੋ ਅੱਜ ਪਵਿੱਤਰ ਸ੍ਰੀ ਮੁਖ ਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਸਾਨੂੰ ਬਖਸ਼ਿਸ਼ ਕੀਤੇ ਹਨ। ਇਹ ਪਾਵਨ ਮੁਕੱਦਸ ਬਚਨ ਭਗਤ ਕਬੀਰ ਸਾਹਿਬ ਜੀ ਦੇ ਪਾਵਨ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਅੰਗ 477 ਅਤੇ 78 ਉੱਪਰ ਆਸਾ ਰਾਗ ਦੇ ਅੰਦਰ ਸੁਭਾਏਮਾਨ ਹੈ। ਜਿਸ ਵੇਲੇ ਆਪਾਂ ਗੁਰਬਾਣੀ ਨੂੰ ਪੜ੍ਹਦੇ ਹਾਂ, ਗੁਰਬਾਣੀ ਨੂੰ ਵਿਚਾਰਦੇ ਹਾਂ, ਤੇ ਗੁਰਬਾਣੀ ਦੇ ਅੰਦਰ ਸਾਡੇ ਸਰੀਰ ਦੀ ਤੁਲਨਾ ਵੱਖ-ਵੱਖ ਤਰ੍ਹਾਂ ਦੇ ਨਾਲ ਵੱਖ-ਵੱਖ ਚੀਜ਼ਾਂ ਦੇ ਨਾਲ ਕੀਤੀ ਗਈ ਹੈ। ਕਿਤੇ ਸਾਹਿਬ ਨੇ ਇਸ ਸਰੀਰ ਨੂੰ ਰੇਤ ਦੀ ਕੰਧ ਕਿਹਾ,
ਕਿਤੇ ਸਤਿਗੁਰਾਂ ਨੇ ਇਸ ਜੀਵਨ ਇਸ ਸਰੀਰ ਨੂੰ ਧੂਏ ਦਾ ਪਹਾੜ ਕਹਿ ਕੇ ਸੰਬੋਧਨ ਕੀਤਾ ਹੈ, ਕਿਤੇ ਇਸ ਸਰੀਰ ਨੂੰ ਮਿੱਟੀ ਦਾ ਕੱਚਾ ਭਾਂਡਾ ਕਹਿ ਕੇ ਸੰਬੋਧਨ ਕੀਤਾ ਹੈ। ਔਰ ਜੋ ਅੱਜ ਪਵਿੱਤਰ ਸ਼ਬਦ ਪ੍ਰਾਪਤ ਹੋਇਆ, ਇਸ ਪਾਵਨ ਸ਼ਬਦ ਦੇ ਅੰਦਰ ਭਗਤ ਕਬੀਰ ਸਾਹਿਬ ਜੀ ਨੇ ਇਸ ਸਰੀਰ ਦੀ ਤੁਲਨਾ ਇੱਕ ਦੀਵੇ ਦੇ ਨਾਲ ਕੀਤੀ ਹੈ। ਦੀਵਾ ਆਪਾਂ ਸਾਰੇ ਜਾਣਦੇ ਹਾਂ ਕਿ ਕਿਸ ਕੰਮ ਆਉਂਦਾ ਹੈ। ਦੀਵੇ ਦੇ ਸੰਗ ਉਹਦੇ ਵਿੱਚ ਤੇਲ ਭਰ ਦਿੱਤਾ ਜਾਵੇ, ਉੱਪਰ ਉਹਦੇ ਮੁੱਖ ਤੇ ਰੂੰ ਦੀ ਵੱਟੀ ਬਣਾ ਕੇ ਰੱਖ ਦਿੱਤੀ ਜਾਵੇ, ਉਸ ਵੱਟੀ ਦੇ ਸਿਰੇ ਨੂੰ ਜਿਹੜਾ ਬਾਹਰ ਵਾਲੇ ਪਾਸੇ ਹੈ ਉਹਨੂੰ ਅੱਗ ਸੁਹਾਈ ਜਾਵੇ ਤੇ ਉਹ ਦੀਵੇ ਦੇ ਵਿੱਚੋਂ ਚਾਨਣ ਪ੍ਰਕਾਸ਼ ਪੈਦਾ ਹੋ ਜਾਂਦਾ ਹੈ। ਉਸ ਚਾਨਣ ਦੇ ਸਦਕਾ ਜਿਹੜਾ ਆਲੇ ਦੁਆਲੇ ਹਨੇਰਾ ਪਸਰਿਆ ਹੁੰਦਾ ਹੈ, ਉਸ ਹਨੇਰੇ ਤੋਂ ਨਿਜਾਤ ਮਿਲ ਜਾਂਦੀ ਹੈ। ਪਰ ਉਹ ਸਾਰਾ ਕੁਝ ਕਿੰਨਾ ਕੁ ਚਿਰ ਕਾਇਮ ਰਹਿ ਸਕਦਾ ਹੈ, ਇਸ ਬਾਰੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ, ਭਗਤ ਕਬੀਰ ਸਾਹਿਬ ਜੀ ਨੇ ਸਾਨੂੰ ਅੱਜ ਇਹ ਉਪਦੇਸ਼ ਦ੍ਰਿੜ ਕਰਵਾਇਆ। ਭਗਤ ਜੀ ਆਖਣ ਲੱਗੇ, ਜਬ ਲਗ ਤੇਲ ਦੀਵੇ ਮੁਖ ਬਾਤੀ ਤਬ ਸੂਝੈ ਸਭ ਕੋਈ। ਜਿਵੇਂ ਇੱਕ ਦੀਵਾ ਹੈ, ਉਸ ਦੀਵੇ ਨੂੰ ਜਿੰਨਾ ਚਿਰ ਤੇਲ ਦੇ ਨਾਲ ਭਰਿਆ ਨਾ ਜਾਏ, ਜਿੰਨਾ ਚਿਰ ਉਹਦੇ ਅੱਗੇ ਦੋ ਸਿਰਿਆਂ ਵਾਲੀ ਇੱਕ ਵੱਟੀ ਉਹਦੇ ਵਿੱਚ ਨਾ ਰੱਖੀ ਜਾਏ, ਇੱਕ ਸਿਰਾ ਤੇਲ ਵਿੱਚ ਡੁੱਬਦਾ ਹੈ ਤੇ ਦੂਜਾ ਬਾਹਰ ਰਹਿੰਦਾ ਹੈ, ਉਹਦੇ ਬਾਅਦ ਉਹਨੂੰ ਅੱਗ ਦਿਖਾਈ ਜਾਵੇ ਤੇ ਤਾਂ ਹੀ ਉਹ ਚਾਨਣ ਕਰੇਗਾ ਨਾ। ਤਾਂ ਆਪਣੇ ਸਰੀਰ ਵੱਲ ਨੂੰ ਟੁਕਾ ਕੇ ਭਗਤ ਜੀ ਨੇ ਤੁਲਨਾ ਕੀਤੀ, ਦ੍ਰਿਸ਼ਟਾਂਤ ਦੇ ਕੇ ਸਮਝਾਇਆ, ਭਾਈ ਜਿਵੇਂ ਇੱਕ ਦੀਵੇ ਅੰਦਰ ਤੇਲ ਹੈ, ਉਹਦੇ ਵਿੱਚ ਵੱਟੀ ਹੈ, ਬਲਦੀ ਹੋਈ ਅੱਗ ਦੇ ਸਦਕਾ ਉਹ ਚਾਨਣ ਪਿਆ ਕਰਦਾ ਹੈ। ਹੁਣ ਇਹ ਬੰਦੇ ਇਸੇ ਤਰ੍ਹਾਂ ਤੂੰ ਆਪਣੇ ਸਰੀਰ ਵੱਲ ਝਾਤ ਮਾਰ, ਤੇਰਾ ਸਰੀਰ ਵੀ ਇੱਕ ਦੀਵੇ ਦੀ ਨਿਆਈ ਹੈ। ਜਿਵੇਂ ਦੀਵੇ ਦਾ ਇੱਕ ਆਕਾਰ ਹੈ, ਉਹਨੂੰ ਬਣਾਉਣ ਵਾਲਾ, ਉਹਨੂੰ ਸਿਰਜਣ ਵਾਲਾ ਇੱਕ ਆਕਾਰ ਦੇ ਕੇ ਸਿਰਜ ਦਿੰਦਾ ਹੈ। ਸਿਰਜੇ ਹੋਏ ਆਕਾਰ ਦੀ ਬਣਤਰ ਵੱਲ ਵੇਖ ਕੇ ਉਹਨੂੰ ਦੀਵਾ ਕਹਿ ਕੇ ਸੰਬੋਧਨ ਕੀਤਾ ਜਾਂਦਾ ਹੈ। ਇਸੇ ਤਰ੍ਹਾਂ ਕਰਤਾ ਪੁਰਖ ਵਾਹਿਗੁਰੂ ਜੀ ਨੇ ਇਹ ਮਨੁੱਖਾ ਦੇਹ ਸਾਜੀ, ਔਰ ਇਸ ਦੇਹ ਨੂੰ ਮਾਂ ਦੀ ਕੁੱਖ ਦੇ ਅੰਦਰ ਰੱਖ ਕੇ ਵਾਹਿਗੁਰੂ ਨੇ ਇਹਦੀ ਪ੍ਰਤਪਾਲਣਾ ਕਰ ਦਿੱਤੀ। ਪ੍ਰਤਪਾਲਣਾ ਕਰਨ ਤੋਂ ਬਾਅਦ ਇਸ ਸਰੀਰ ਦੇ ਉੱਤੇ ਇੱਕ ਪਰਉਪਕਾਰ ਕੀਤਾ ਕਿ ਇਸ ਸਰੀਰ ਨੂੰ ਆਪਣੀ ਜੋਤ ਦਾ ਆਸਰਾ ਦੇ ਦਿੱਤਾ। ਇਸ ਸਰੀਰ ਨੂੰ ਵਾਹਿਗੁਰੂ ਕਰਤਾ ਪੁਰਖ ਜੀ ਨੇ ਆਪਣੇ ਅੰਸ਼ ਦਾ ਇੱਕ ਆਸਰਾ ਦਿੱਤਾ। ਬਸ ਵਾਹਿਗੁਰੂ ਜੀ ਦੇ ਉਸ ਆਸਰੇ ਦਾ ਸਦਕਾ ਹੈ ਕਿ ਇਸ ਸਰੀਰ ਵਿੱਚ ਕੋਈ ਹਰਕਤ ਪਈ ਹੁੰਦੀ ਹੈ। ਜਿਵੇਂ ਇੱਕ ਦੀਵੇ ਵਿੱਚ ਤੇਲ ਹੈ, ਬੱਤੀ ਹੈ, ਉਸ ਬੱਤੀ ਨੂੰ ਵੱਟੀ ਨੂੰ ਸੁਹਾਈ ਹੋਈ ਅੱਗ ਸਦਕਾ ਹੀ ਉਹ ਚਾਨਣ ਦੇ ਰਿਹਾ। ਭਲਿਆ ਤੇਰਾ ਸਰੀਰ ਇੱਕ ਦੀਵੇ ਵਰਗਾ ਹੈ, ਯਾਦ ਕਰ ਇਹਦੇ ਵਿੱਚ ਸਵਾਸਾਂ ਰੂਪੀ ਤੇਲ ਪਾਉਣ ਵਾਲਾ ਉਹ ਅਕਾਲ ਪੁਰਖ ਵਾਹਿਗੁਰੂ ਆਪ ਹੈ। ਇਸ ਬੱਤੀ ਦੀ ਵੱਟੀ ਦੀ ਗੱਲ ਕਰੀਏ ਤਾਂ ਜਿਵੇਂ ਦੀਵੇ ਦੇ ਮੁੱਖ ਦੇ ਉੱਤੇ ਵੱਟੀ ਸੁਭਾਏਮਾਨ ਹੈ, ਜਿਹਨੇ ਅੱਗੇ ਪ੍ਰਕਾਸ਼ ਕਰਨਾ ਹੈ, ਚਾਨਣ ਫੈਲਾਉਣਾ ਹੈ, ਉਸੇ ਤਰ੍ਹਾਂ ਕਰਤਾ ਪੁਰਖ ਵਾਹਿਗੁਰੂ ਜੀ ਨੇ ਤੈਨੂੰ ਇਹ ਰਸਨਾ, ਇਹ ਜ਼ੁਬਾਨ ਦਿੱਤੀ ਹੈ। ਇਸ ਰਸਨਾ ਦੇ ਅੰਦਰ ਬੋਲਣ ਦੀ ਤਾਕਤ ਕੌਣ ਦਿੰਦਾ ਹੈ? ਉਹ ਅਕਾਲ ਪੁਰਖ ਵਾਹਿਗੁਰੂ ਦਿੰਦਾ ਹੈ। ਜੇ ਆਪਾਂ ਇਉਂ ਕਹੀਏ ਕੋਈ ਇਨਸਾਨ ਉਹ ਅਮੀਰ ਹੋਵੇ, ਉਹਦੇ ਕੋਲ ਧਨ ਪਦਾਰਥ ਬੜਾ ਹੈ, ਤੇ ਅੱਜ ਤੇ ਚਲੋ ਲਾਈਟਾਂ ਦਾ ਸਮਾਂ ਹੈ, ਪਿਛਲੇਰੇ ਸਮੇਂ ਦੀ ਗੱਲ ਕਰੀਏ, ਕੋਈ ਇਹ ਆਖੇ ਵੀ ਮੈਂ ਦੀਵਾ ਸੋਨੇ ਦਾ ਬਣਾ ਲੈਣਾ ਹੈ, ਸੋਨੇ ਦਾ ਦੀਵਾ ਬਣਾ ਕੇ ਉਹਦੇ ਬਾਰ-ਬਾਰ ਹੀਰੇ ਮੋਤੀ ਜੜਾ ਲਵਾਂ। ਤੇ ਆਮ ਤੌਰ ਤੇ ਮਿੱਟੀ ਦੇ ਦੀਵੇ ਬਣਦੇ ਸਨ ਤੇ ਕੰਮ ਕੀ ਹੈ? ਦੀਵੇ ਦਾ ਚਾਨਣ ਕਰਨਾ। ਪਰ ਕੀ ਸੋਨੇ ਦਾ ਬਣਾਇਆ ਹੋਇਆ ਦੀਵਾ, ਉਹਦੇ ਤੇ ਲੱਖ ਹੀਰੇ ਮੋਤੀ ਜੜੇ ਹੋਵਣ, ਉਹ ਚਾਨਣ ਕਰ ਸਕਦਾ ਹੈ ਬਿਨਾਂ ਤੇਲ ਤੋਂ, ਬਿਨਾਂ ਵੱਟੀ ਤੋਂ? ਕਦੇ ਨਹੀਂ ਹੋ ਸਕਦਾ। ਸਾਡਾ ਸਰੀਰ ਹੈ, ਇਸ ਸਰੀਰ ਨੂੰ ਜਿੰਨਾ ਮਰਜ਼ੀ ਤੁਸੀਂ ਸ਼ਿੰਗਾਰ ਲਓ, ਸਵਾਰ ਲਓ, ਪਰ ਇੱਕ ਗੱਲ ਆਪਣੇ ਮਨ ਵਿੱਚੋਂ ਕਦਾਚਿਤ ਨਾ ਭੁਲਾਇਓ, ਤੁਸੀਂ ਮਹਿੰਗੇ ਕੱਪੜੇ ਪਹਿਨ ਸਕਦੇ ਜੇ ਆਪਣੀ ਮਰਜ਼ੀ ਨਾਲ, ਆਪਣੇ ਪੱਲੇ ਦਾ ਧਨ ਖਰਚ ਕੇ ਤੁਸੀਂ ਮਹਿੰਗਾ ਇਤਰ ਲਾ ਕੇ ਤਨ ਨੂੰ ਮਹਿਕਣ ਲਾ ਸਕਦੇ ਜੇ,
ਪਰ ਜਿਹੜੀ ਮਹਿਕ ਸਵਾਸਾਂ ਵਿੱਚੋਂ ਪ੍ਰਾਪਤ ਹੋਣੀ ਹੈ, ਜਿਹਦੇ ਸਦਕਾ ਇਹ ਸਰੀਰ ਚੱਲਣਾ ਹੈ, ਉਹ ਦਾਤ ਅਕਾਲ ਪੁਰਖ ਵਾਹਿਗੁਰੂ ਜੀ ਦੇ ਕੋਲੋਂ ਹੀ ਪ੍ਰਾਪਤ ਹੋਣੀ ਹੈ। ਉਸ ਦਾਤ ਨੂੰ ਇਨਸਾਨ ਆਪਣੀ ਮਰਜ਼ੀ ਨਾਲ ਕਿਤਿਓਂ ਵਿਆਜ ਨਹੀਂ ਸਕਦਾ, ਉਹ ਵਿਆਜੀ ਨਹੀਂ ਜਾਂਦੀ ਦਾਤ, ਉਹ ਪ੍ਰਭੂ ਹੈ। ਆਪਾਂ ਰੋਜ਼ ਬਚਨ ਪੜ੍ਹਦੇ ਹਾਂ, ਭਈ ਪ੍ਰਾਪਤ ਮਾਨੁਖ ਦੇ ਹੁਰੀਆ। ਭਈ ਪ੍ਰਾਪਤ ਤੋਂ ਅਰਥ ਹੈ ਵੀ ਤੈਨੂੰ ਪ੍ਰਾਪਤ ਹੋਈ ਹੈ, ਅਕਾਲ ਪੁਰਖ ਵਾਹਿਗੁਰੂ ਜੀ ਨੇ ਤੈਨੂੰ ਇਹ ਦੇ ਦਿੱਤੀ ਹੈ, ਮਨੁੱਖਾ ਜੀਵਨ ਦਿੱਤਾ ਹੈ। ਮਤਾ ਤੂੰ ਆਖੇ ਕਿ ਹਾਂ ਮੇਰੇ ਕਰਕੇ ਜਾਂ ਮੇਰੇ ਮਾਂ-ਬਾਪ ਦੇ ਕਰਕੇ, ਭਾਈ ਮਾਂ-ਬਾਪ ਇੱਕ ਆਸਰਾ ਬਣੇ, ਉਹਨਾਂ ਦੀ ਜਿੱਥੋਂ ਤੱਕ ਉਹਨਾਂ ਦੀ ਬਲ ਸੀ, ਉਹਨਾਂ ਦਾ ਤਾਕਤ ਸੀ ਉਹਨਾਂ ਦੇ ਕੋਲ, ਜਿੱਥੇ ਤੱਕ ਉਹਨਾਂ ਦਾ ਜ਼ੋਰ ਚੱਲਦਾ ਸੀ, ਉਸ ਸਮੇਂ ਤੱਕ ਤੇਰੇ ਸਰੀਰ ਦੀ ਘਾੜਤ ਘੜੀ ਗਈ। ਪਰ ਉਹਦੇ ਤੋਂ ਅੱਗੇ ਤੈਨੂੰ ਜਿਹੜਾ ਸੰਪੂਰਨ ਕਰਨ ਦਾ ਹੱਕ ਹੈ, ਉਹ ਕੇਵਲ ਅਕਾਲ ਪੁਰਖ ਵਾਹਿਗੁਰੂ ਜੀ ਦੇ ਕੋਲ ਹੈ, ਜਿਹਨੂੰ ਬਾਣੀ ਵਿੱਚ ਇਉਂ ਵੀ ਪੜ੍ਹਦੇ ਹੈ, ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ। ਇਕੱਲੀ ਸਾਜਣ ਦੀ ਗੱਲ ਨਹੀਂ, ਉਹਦਾ ਸ਼ਿੰਗਾਰ ਵੀ ਕੀਤਾ, ਉਹਨੂੰ ਐਨ ਸਵਾਰਿਆ। ਜਿੱਥੇ ਸਰੀਰ ਦੇ ਅੰਗਾਂ ਦੀ ਗੱਲ ਕਰੀਏ, ਕਰਤਾ ਪੁਰਖ ਵਾਹਿਗੁਰੂ ਜੀ ਨੇ ਇਸ ਸਰੀਰ ਨੂੰ ਥਾਂ ਪੁਰ ਥਾਂ ਤੇ ਅੰਗ ਦੇ ਕੇ ਤੇ ਉਹਨਾਂ ਨੂੰ ਇੱਕ ਕਰਮ ਬਖਸ਼ ਦਿੱਤਾ। ਇਸ ਰਸਨਾ ਨੂੰ ਬੋਲਣ ਦਾ ਕੰਮ ਦੇ ਦਿੱਤਾ, ਅੱਖਾਂ ਨੂੰ ਵੇਖਣ ਦਾ ਕੰਮ ਦਿੱਤਾ, ਕੰਨਾਂ ਨੂੰ ਸੁਣਨ ਦਾ ਕੰਮ ਦੇਣ ਵਾਲਾ ਪਰਮਾਤਮਾ। ਇਹ ਸਾਰਾ ਕੁਝ ਕਿਵੇਂ ਹੋਇਆ? ਜਦੋਂ ਉਸ ਕਰਤਾ ਪੁਰਖ ਵਾਹਿਗੁਰੂ ਜੀ ਦੀ ਅੰਸ਼, ਉਹਦੀ ਜੋਤ ਸਾਡੇ ਸਰੀਰ, ਸਾਡੇ ਹਿਰਦੇ ਵੱਸਦੀ ਹੈ। ਜਿੰਨਾ ਚਿਰ ਉਹ ਹੈ, ਉਹਨਾਂ ਚਿਰ ਇਸ ਸਰੀਰ ਦੇ ਦੁਆਰਾ ਸਾਨੂੰ ਸਾਰਾ ਕੁਝ ਆਪਣਾ ਦਿਸਦਾ ਪਿਆ ਹੈ ਤੇ ਦੂਜਿਆਂ ਨੂੰ ਅਸੀਂ ਦਿਸਦੇ ਪਏ ਹਾਂ। ਪਰ ਯਾਦ ਰੱਖੀਏ, ਜਿਸ ਵੇਲੇ ਦੀਵੇ ਦਾ ਤੇਲ ਮੁੱਕ ਜਾਵੇ, ਜਿਸ ਵੇਲੇ ਉਹਦੀ ਬੱਤੀ ਸੜ ਜਾਵੇ, ਉਹਦੀ ਵੱਟੀ ਦੇ ਵਿੱਚੋਂ ਤੇਲ ਦੀ ਆਮਦ ਮੁੱਕ ਜਾਵੇ ਨਾ, ਤੇ ਉਹ ਦੀਵਾ ਜਿਹੜਾ ਪਲ ਪਰ ਪਹਿਲਾਂ ਪ੍ਰਕਾਸ਼ ਪਿਆ ਕਰਦਾ ਸੀ ਕਮਰੇ ਦੇ ਅੰਦਰ, ਉਹੀ ਕਿਤੇ ਹਨੇਰੇ ਵਿੱਚ ਗੁਆਚ ਜਾਂਦਾ ਹੈ, ਕਿਉਂਕਿ ਅਸਲ ਤਾਤੀ ਉਹਦੇ ਕੋਲ ਨਹੀਂ ਰਿਹਾ। ਇਕੱਲਾ ਦੀਵਾ ਤੇ ਨਹੀਂ ਨਾ ਬਲ ਸਕਦਾ। ਇਸੇ ਤਰ੍ਹਾਂ ਇਹ ਸਰੀਰ ਹੈ, ਇਸ ਸਰੀਰ ਇਕੱਲੇ ਦੀ ਕੋਈ ਤਾਕਤ ਨਹੀਂ ਕਿ ਇਹ ਸਰੀਰ ਇਕੱਲਾ ਕੁਝ ਕਰ ਸਕੇ। ਨਹੀਂ ਭਾਈ, ਇਸ ਸਰੀਰ ਨੂੰ ਤਾਕਤ ਕਰਤਾ ਪੁਰਖ ਵਾਹਿਗੁਰੂ ਜੀ ਦੀ ਅੰਸ਼ ਤੋਂ ਪ੍ਰਾਪਤ ਹੋਣੀ ਹੈ। ਔਰ ਯਾਦ ਰੱਖੀਏ, ਜੋ ਕਰਤਾ ਪੁਰਖ ਵਾਹਿਗੁਰੂ ਜੀ ਨੇ ਜੋਤ ਸਾਡੇ ਅੰਦਰ ਟਿਕਾਈ ਹੋਈ ਹੈ, ਮੁੱਲ ਉਸ ਜੋਤ ਦਾ ਜੇ, ਉਸ ਜੋਤ ਦਾ ਮੁੱਲ ਹੈ, ਉਹਦੀ ਕਦਰ ਹੈ। ਕਿਉਂਕਿ ਜੇ ਸਰੀਰ ਵਿੱਚ ਸਵਾਸ ਨੇ ਤੇ ਅਸੀਂ ਕਿਸੇ ਦੇ ਭੈਣ ਭਾਈ ਪਿਤਾ ਭਰਾ ਹਾਂ, ਕੋਈ ਸਾਡਾ ਹੈ। ਪਰ ਜੇ ਸਰੀਰ ਵਿੱਚ ਪ੍ਰਭੂ ਦੀ ਜੋਤ ਹੀ ਨਹੀਂ, ਤੇ ਫਿਰ ਇੱਕ ਲਫ਼ਜ਼ ਵਰਤਿਆ ਜਾਂਦਾ ਹੈ ਕਿ ਮੁਰਦਾ ਹੋ ਗਿਆ, ਇਨਸਾਨ ਮਰ ਗਿਆ, ਇਹ ਅਕਾਲ ਚਲਾਣਾ ਕਰ ਗਿਆ। ਤੇ ਮੁਰਦੇ ਦੀ ਗਤ ਕੀ ਹੈ, ਇਹ ਆਪਾਂ ਸਾਰੇ ਜਾਣਦੇ ਹਾਂ। ਭਗਤ ਕਬੀਰ ਸਾਹਿਬ ਜੀ ਨੇ ਬਖਸ਼ਿਸ਼ ਕੀਤੀ, ਆਖਣ ਲੱਗੇ, ਜਿੰਨਾ ਸਮਾਂ ਦੀਵੇ ਦੇ ਅੰਦਰ ਤੇਲ ਹੈ, ਉਹਦੇ ਮੂੰਹ ਵਾਲੇ ਪਾਸੇ ਨੂੰ ਵੱਟੀ ਹੈ, ਔਰ ਉਸ ਵੱਟੀ ਨੂੰ ਲੱਗੀ ਹੋਈ ਅੱਗ ਤੇਲ ਦਾ ਸਾਥ ਪਿਆ ਮਿਲਦਾ ਹੈ, ਤਾਂ ਸਾਰਾ ਕੁਝ ਚਾਨਣ ਦੇ ਵਿੱਚ ਦਿਸਦਾ ਪਿਆ ਹੈ, ਪ੍ਰਕਾਸ਼ ਦੇ ਵਿੱਚ ਹੈ। ਤੇਲ ਜਲੇ ਬਾਤੀ ਠਹਿਰਾਨੀ, ਸੂਨਾ ਮੰਦਰ ਹੋਈ। ਹੁਣ ਜਦੋਂ ਦੀਵੇ ਦੀ ਜਿੰਨੀ ਕੁ ਉਹਦੀ ਸਮਰੱਥਾ ਸੀ, ਓਨਾ ਹੀ ਤੇਲ ਉਹਦੇ ਵਿੱਚ ਪੈਣਾ ਹੈ ਨਾ। ਸਮਰੱਥਾ ਤੋਂ ਬਾਹਰ ਤੇ ਕੋਈ ਪਾਵੇਗਾ ਨਹੀਂ, ਕਿਉਂਕਿ ਸਮਰੱਥਾ ਤੋਂ ਬਾਹਰ ਉਹ ਸੰਭਾਲ ਹੀ ਨਹੀਂ ਸਕਦਾ। ਉਹਦੀ ਸਮਰੱਥਾ ਉਨੀ ਹੈ। ਆਪਣੀ ਸਮਰੱਥਾ ਦੇ ਮੁਤਾਬਕ ਦੀਵੇ ਨੇ ਤੇਲ ਨੂੰ ਲਿਆ, ਉਹ ਤੇਲ ਬਲਦਾ ਰਿਹਾ, ਹੌਲੀ ਹੌਲੀ ਕਰਕੇ ਤੇਲ ਖਤਮ ਹੋ ਗਿਆ ਤੇ ਬੱਤੀ ਨੂੰ ਕੋਈ ਪਿੱਛੋਂ ਤੇਲ ਦੀ ਆਮਦ ਨਹੀਂ ਹੈ, ਉਹ ਵੱਟੀ ਵੀ ਰੁਕ ਗਈ। ਕਹਿਣ ਲੱਗੇ, ਪਲ ਭਰ ਪਹਿਲਾਂ ਜਿਹੜਾ ਦੀਵਾ ਚਾਰੇ ਪਾਸੇ ਚਾਨਣ ਕਰਦਾ ਸੀ, ਉਹ ਹੁਣ ਆਪ ਜਿਹੜਾ ਸੂਨਾ ਮੰਦਰ ਹੋਈ, ਉਹ ਆਪ ਵੀ ਹਨੇਰੇ ਵਿੱਚ ਹੈ ਤੇ ਉਹਨੇ ਆਲੇ ਦੁਆਲੇ ਨੂੰ ਫਿਰ ਜਿਹੜਾ ਹਨੇਰੇ ਨਾਲ ਭਰ ਦਿੱਤਾ, ਕਿਉਂਕਿ ਉਹਦੇ ਕੋਲ ਅਸਲ ਤੱਤ ਹੈ ਨਹੀਂ। ਹੁਣ ਆਈਏ ਆਪਣੇ ਸਰੀਰ ਵੱਲ, ਆਪਾਂ ਝਾਤ ਮਾਰ ਕੇ ਵੇਖੀਏ। ਜਦੋਂ ਆਪਾਂ ਕਾਇਆ ਦੀ ਸਰੀਰ ਦੀ ਗੱਲ ਕਰਦੇ ਆ ਨਾ, ਤੇ ਆਪਾਂ ਇਹ ਗੱਲ ਕਹਿ ਦਿੰਨੇ ਆ ਵੀ ਮੇਰਾ ਸਰੀਰ ਹੈ, ਮੈਂ ਬੜਾ ਸਾਂਭ ਕੇ ਰੱਖਿਆ, ਮੈਂ ਬੜੀ ਕਸਰਤ ਕਰਦਾ, ਮੈਂ ਵਰਜਿਸ਼ ਕਰਦਾ, ਮੈਂ ਸਿਹਤ ਵੱਲ, ਦੇਹ ਵੱਲ ਧਿਆਨ ਬੜਾ ਦੇਣਾ ਵੀ ਚਾਹੀਦਾ। ਅੱਜ ਦੇ ਸਮੇਂ ਅੰਦਰ ਜਿਸ ਬੰਦੇ ਦੇ ਕੋਲ ਨਰੋਈ ਸਿਹਤ ਦਾ ਗੁਣ ਹੈ, ਉਹ ਇਨਸਾਨ ਬਹੁਤ ਦਰਜੇ ਬਾਕੀਆਂ ਦੇ ਨਾਲੋਂ ਚੰਗਾ ਹੈ। ਪਰ ਜੇ ਆਪਾਂ ਇਹ ਗੱਲ ਆਖੀਏ ਵੀ ਇਹ ਨਰੋਈ ਸਿਹਤ ਸਾਡੇ ਕਰਕੇ ਹੈ, ਇੱਦਾਂ ਹੋ ਸਕਦਾ?
ਨਹੀਂ ਭਾਈ, ਇਹ ਤਾਂ ਹੈ ਵੀ ਇਸ ਨਰੋਏ ਸਰੀਰ ਦੇ ਅੰਦਰ ਪਰਮਾਤਮਾ ਦੀ ਇੱਕ ਜੋਤ ਟਿਕੀ ਹੋਈ ਹੈ, ਔਰ ਉਸ ਜੋਤ ਦਾ ਕਰਮ ਕੀ ਹੈ? ਸਾਹਿਬ ਨੇ ਬਾਣੀ ਵਿੱਚ ਆਖਿਆ ਕਿ ਜੋਤ ਉਹ ਪਰਮੇਸ਼ਰ ਕਰਤਾ ਪੁਰਖ ਵਾਹਿਗੁਰੂ ਜੀ ਦੀ ਸਭ ਮੈਂ ਜੋਤ, ਜੋਤ ਹੈ ਸੋਏ ਤਿਸ ਦਾ ਚਾਨਣ, ਸਭ ਮੈਂ ਚਾਨਣ ਹੋਏ। ਉਹਦੇ ਪ੍ਰਕਾਸ਼ ਕਰਕੇ ਹੀ ਅੱਗੋਂ ਸਾਰਿਆਂ ਦੇ ਵਿੱਚ ਜਿਹੜਾ ਹੈ ਉਹ ਪ੍ਰਕਾਸ਼ ਫੈਲਦਾ ਪਿਆ। ਉਹ ਇੱਕ ਜੋਤ ਦਾ ਸਦਕਾ ਹੀ ਹੈ ਕਿ ਅਸੀਂ ਇੱਕ ਦੂਜੇ ਨੂੰ ਮਿਲਦੇ ਵਰਤਦੇ, ਤੁਰੇ ਫਿਰਦੇ, ਵਰਤੋਂ ਵਿਹਾਰ ਚੱਲਦਾ, ਅਸੀਂ ਕਿਰਤ ਕਰਦੇ ਹਾਂ। ਇਹ ਜੋਤ ਦੀ ਹੀ ਬਖਸ਼ਿਸ਼ ਹੈ ਕਿ ਅਸੀਂ ਚੱਲ ਕਰਕੇ ਹੁਣ ਸਤ ਸੰਗਤ ਵਿੱਚ ਆ ਕੇ ਬਹਿ ਗਏ ਹਾਂ। ਪਰ ਜੇ ਕੋਈ ਇਹ ਗੱਲ ਆਖੇ ਕਿ ਬਿਨਾਂ ਜੋਤ ਤੋਂ ਮੈਂ ਕਿਸੇ ਤਰ੍ਹਾਂ ਕੋਈ ਇੱਕ ਕਦਮ ਵੀ ਪੁੱਟ ਸਕਦਾ, ਨਹੀਂ ਭਾਈ, ਇਹ ਸੰਭਵ ਨਹੀਂ ਹੈ। ਭਗਤ ਕਬੀਰ ਸਾਹਿਬ ਜੀ ਕਹਿਣ ਲੱਗੇ, ਜਦੋਂ ਤੇਲ ਖਤਮ ਹੋ ਜਾਵੇ, ਜਦੋਂ ਸਾਰਾ ਤਾਤੀ ਇੱਕ ਪਾਸੇ ਦਾ ਮੁੱਕ ਜਾਵੇ, ਉਹ ਬੱਤੀ ਠਹਿਰ ਜਾਂਦੀ ਹੈ ਤੇ ਉੱਥੇ ਫਿਰ ਜਿਹੜਾ ਚਾਰੇ ਪਾਸੇ ਹਨੇਰਾ ਪਸਰ ਜਾਂਦਾ ਹੈ। ਰੇ ਬਾਉਰੇ ਤੋਹੇ ਘਰੇ ਨਾ ਰਾਖੈ ਕੋਈ। ਹੁਣ ਇਉਂ ਜਾਣੀਏ, ਭਗਤ ਕਬੀਰ ਸਾਹਿਬ ਕਹਿ ਰਹੇ ਨੇ ਵੀ ਸਰੀਰ ਦੀ ਮੈਂ ਕਰਕੇ ਇੰਨੀ ਹਉਮੈ ਦੀ ਪੰਡ ਪ੍ਰਬਲ ਕਰ ਲਈ ਵੀ ਕਿਹਾ ਵੀ ਸਭ ਕੁਝ ਕਰਨ ਕਰਾਉਣ ਵਾਲਾ ਮੈਂ ਹੀ ਹਾਂ, ਮੇਰੇ ਕਰਕੇ ਪਰਿਵਾਰ ਪਲਦਾ ਹੈ, ਮੇਰੇ ਕਰਕੇ ਜਿਹੜਾ ਹੈ ਧੀਆਂ ਪੁੱਤਰਾਂ ਦੀ ਪਰਵਰਿਸ਼ ਹੋ ਰਹੀ, ਮੈਂ ਕਮਾ ਕੇ ਲਿਆ ਰਿਹਾ, ਪਰਿਵਾਰ ਬਹਿ ਕੇ ਖਾ ਰਿਹਾ। ਹਾਂ, ਇਹ ਇਨਸਾਨ ਦਾ ਮੁੱਢਲਾ ਫਰਜ਼ ਹੈ ਸਮਾਜਿਕ, ਵੀ ਜਿਹੜਾ ਪਰਿਵਾਰ ਵਾਲਾ ਹੈ ਪਰਿਵਾਰ ਦੀ ਪਰਵਰਿਸ਼ ਕਰਨ ਦਾ ਉਹਨੂੰ ਗੁਣ ਤੇ ਹੋਣਾ ਚਾਹੀਦਾ ਨਾ ਉਹਦੇ ਕੋਲ। ਪਰ ਕੋਈ ਹੰਕਾਰ ਦੇ ਵਿੱਚ ਇਹ ਗੱਲ ਕਹੇ ਵੀ ਮੇਰੇ ਤੋਂ ਬਿਨਾਂ ਕੁਝ ਹੋ ਹੀ ਨਹੀਂ ਸਕਦਾ, ਤਾਂ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹਨੂੰ ਬਾਵਰੇ ਕਹਿ ਕੇ, ਬੌਰੇ ਕਹਿ ਕੇ, ਕਮਲੇ ਕਹਿ ਕੇ ਵੀ ਸੰਬੋਧਨ ਕੀਤਾ। ਇੱਕ ਬਚਨ ਬਾਣੀ ਅੰਦਰ ਆਉਂਦਾ ਹੈ, ਬਾਵਰੇ ਤੈ ਗਿਆਨ ਵਿਚਾਰ ਨਾ ਪਾਇਆ, ਬਿਰਥਾ ਜਨਮ ਗਵਾਇਆ। ਇਹ ਕਮਲੇ ਮਨਾ, ਤੈਨੂੰ ਗਿਆਨ ਦਾ ਹੀ ਨਹੀਂ ਅਸਲ ਦੇ ਵਿੱਚ, ਜੋ ਸੋਝੀ ਚਾਹੀਦੀ ਸੀ ਉਹ ਤੈਨੂੰ ਪ੍ਰਾਪਤ ਹੀ ਨਹੀਂ ਤੂੰ ਕਰ ਸਕਿਆ। ਤੂੰ ਜੀਵਨ ਦੇ ਅੰਦਰ ਵਿਚਰਦਾ ਰਿਓ ਹੋਰਨਾਂ ਪਾਸਿਆਂ ਵਿੱਚ, ਤੂੰ ਜੀਵਨ ਦੇ ਅੰਦਰ ਧਨ ਦੌਲਤ ਤਾਂ ਬਥੇਰੀ ਇਕੱਠੀ ਕਰ ਲਈ, ਤੂੰ ਜੀਵਨ ਦੇ ਅੰਦਰ ਮਾਇਆ ਦੇ ਅੰਬਾਰ ਤਾਂ ਲਾ ਲਏ, ਤੇਰੇ ਬੈਂਕ ਬੈਲੈਂਸ ਦੀ ਕੋਈ ਕਮੀ ਨਹੀਂ, ਤੇਰੇ ਕੋਲ ਜਾਇਦਾਦ ਦੀ ਕੋਈ ਕਮੀ ਨਹੀਂ, ਪਰ ਜਿਹੜਾ ਪ੍ਰਭੂ ਦੇ ਨਾਮ ਦਾ ਅਸਲ ਗਿਆਨ ਸੀ ਉਹਦੇ ਤੋਂ ਤੂੰ ਇੰਨਾ ਹੀਣਾ ਹੈ, ਇੰਨਾ ਊਣਾ ਹੈ ਤੇਰਾ ਮਨ ਰੂਪੀ ਭਾਂਡਾ ਕਿ ਸਾਹਿਬ ਨੂੰ ਕਹਿਣਾ ਪਿਆ ਵੀ ਤੇਰੀ ਮਨੁੱਖਾ ਦੇਹ ਹੀ ਵਿਅਰਥ ਚਲੀ ਗਈ, ਤੇਰਾ ਜੀਵਨ ਹੀ ਵਿਅਰਥ ਚਲਿਆ ਗਿਆ। ਆਪਾਂ ਵੇਖੀਏ ਨਾ, ਆਪਾਂ ਸੰਸਾਰੀ ਬੰਦੇ ਹਾਂ, ਸਾਡੀ ਫਿਤਰਤ ਹੈ ਕਿ ਆਪਾਂ ਜੋ ਬਾਹਰੋਂ ਕਮਾਵਾਂਗੇ ਘਰ ਤੱਕ ਲੈ ਕੇ ਆਵਾਂਗੇ, ਔਰ ਕੁਝ ਕੁ ਇੱਦਾਂ ਦੇ ਨੇ ਕਿ ਉਹ ਸੰਸਾਰ ਵਿੱਚ ਠੱਗੀਆਂ ਮਾਰ ਕੇ, ਚਲਾਕੀਆਂ ਕਰਕੇ ਤੇ ਉਹ ਧਨ ਇਕੱਠਾ ਕਰਕੇ ਲਿਆਉਂਦੇ ਨੇ, ਤੇ ਲਿਆਉਂਦੇ ਕਾਹਦੇ ਵਾਸਤੇ ਆ? ਵੀ ਪਰਿਵਾਰ ਵਿੱਚ ਲਿਆ ਕੇ ਦੇਣਾ। ਪਰ ਜਦੋਂ ਇਹ ਸਾਰਾ ਕੁਝ ਕੋਈ ਬੰਦਾ ਇੱਦਾਂ ਕਰਦਾ ਹੈ ਨਾ, ਲੋਭ ਲਾਲਚ ਦੇ ਅਧੀਨ ਹੋ ਕੇ, ਤੇ ਬਾਣੀ ਪਤਾ ਉਹਨੂੰ ਕੀ ਸੁਨੇਹਾ ਦਿੰਦੀ ਹੈ ਜੀ। ਸਾਹਿਬ ਦੇ ਬੋਲ ਨੇ, ਭਗਤ ਕਬੀਰ ਸਾਹਿਬ ਵੀ ਆਖਦੇ ਨੇ, ਬਹੁ ਪਰਪੰਚ ਕਰ ਪਰ ਧਨ ਲਿਆਵੈ, ਸੁਤ ਧਾਰਾ ਪੈ ਆਨ ਲੁਟਾਵੈ, ਮਨ ਮੇਰੇ ਭੂਲੇ ਕਪਟ ਨਾ ਕੀਜੈ, ਅੰਤ ਨਿਬੇਰਾ ਤੇਰਾ ਜੀ ਪੈ ਲੀਜੇ। ਭਲਿਆ ਤੂੰ ਯਾਦ ਰੱਖੀ, ਬਹੁਤ ਪਰਪੰਚ ਤੋਂ ਭਾਵ ਹੈ ਵੀ ਬੜੀਆਂ ਬੰਦੇ ਨੇ ਚਲਾਕੀਆਂ ਤੇ ਧੋਖੇ ਕਰਕੇ ਧਨ ਇਕੱਠਾ ਕੀਤਾ, ਲਿਆ ਕੇ ਧੀਆਂ ਪੁੱਤਰਾਂ ਇਸਤਰੀ ਦੇ ਹਵਾਲੇ ਕੀਤਾ। ਇਹ ਆਖਿਆ ਵੀ ਤੁਹਾਡੇ ਲਈ ਬਹੁਤ ਕਮਾਇਆ, ਤੇ ਕਮਾਇਆ ਕਿਹੜੇ ਤਰੀਕੇ? ਕਮਾਈ ਕੀਤੀ 2 ਨੰਬਰ ਦੀ ਕਮਾਈ ਕੀਤੀ, ਧੋਖੇ ਨਾਲ, ਕਿਸੇ ਨਾਲ ਠੱਗੀ ਮਾਰ ਲਈ, ਕਮਾਈ ਇਉਂ ਕਰਕੇ ਲੈ ਆਂਦੀ, ਤੇ ਇਹ ਗੱਲ ਆਖੀ ਵੀ ਹੁਣ ਸਾਰਾ ਪਰਿਵਾਰ ਹੀ ਰਲ ਕੇ ਖਾਵੇਗਾ। ਪਰ ਸਾਹਿਬ ਕਹਿੰਦੇ, ਮਨਾ ਤੂੰ ਭੁੱਲਿਆ ਫਿਰਦਾ, ਤੈਨੂੰ ਅਜੇ ਸਮਝ ਨਹੀਂ, ਕਿਉਂਕਿ ਤੇਰੇ ਕੋਲ ਗਿਆਨ ਨਹੀਂ ਨਾ, ਭੁੱਲ ਕਿਹੜੀ ਚੀਜ਼ ਦੀ ਹੈ। ਸਾਹਿਬ ਆਖਣ ਲੱਗੇ, ਮਨ ਮੇਰੇ ਭੂਲੇ ਕਪਟ ਨਾ ਕੀਜੈ, ਅੰਤ ਨਿਬੇਰਾ ਤੇਰਾ ਜੀ ਪੈ ਲੀਜੈ। ਮਨਾ ਤੂੰ ਕਪਟ ਕਰ ਰਿਹਾ, ਤੂੰ ਵਿਕਾਰੀ ਤਾਂ ਬਣ ਗਿਆ, ਪਰ ਯਾਦ ਰੱਖੀ ਜਦੋਂ ਅੰਤ ਦਾ ਵੇਲਾ ਆਵੇਗਾ, ਜਿਨ੍ਹਾਂ ਦੀ ਖਾਤਰ ਤੂੰ ਕਮਾ ਕੇ ਲਿਆ ਕੇ ਜਿਨ੍ਹਾਂ ਦੇ ਪੇਟ ਭਰਦਾ ਰਿਹਾ, ਉਹਨਾਂ ਨੇ ਤੇਰਾ ਸਾਥ ਨਹੀਂ ਦੇਣਾ। ਉੱਥੇ ਜੋ ਕਰਮ ਤੂੰ ਕੀਤੇ ਹੋਏ, ਤੇਰੇ ਕਰਮਾਂ ਦਾ ਹਿਸਾਬ ਤੇਰੇ ਨਾਲ ਨਿਬੜੇਗਾ। ਕੋਈ ਇਹ ਦਾਵਾ ਨਹੀਂ ਕਰ ਸਕਦਾ ਤੂੰ ਕਿ ਮੈਂ ਤੇ ਧੀਆਂ ਪੁੱਤਰਾਂ ਨੂੰ ਕਮਾ ਕੇ ਦਿੰਦਾ ਸੀ, ਮੈਂ ਤੇ ਆਪਣੀ ਪਤਨੀ ਨੂੰ ਦੇ ਦਿੰਦਾ ਸੀ, ਮੈਂ ਤੇ ਆਪਣੇ ਫਲਾਣੇ ਰਿਸ਼ਤੇਦਾਰ ਨੂੰ ਕਮਾ ਕੇ ਦਿੱਤੇ, ਉਹਦੇ ਤੋਂ ਵੀ ਹਿਸਾਬ ਲਓ। ਨਹੀਂ, ਉੱਥੇ ਤੇਰੇ ਤੋਂ ਤੇਰੇ ਕਰਮਾਂ ਦਾ ਹਿਸਾਬ ਮੰਗਿਆ ਜਾਵੇਗਾ।
ਕਿਉਂਕਿ ਇਹ ਕਰਮਾਂ ਉੱਪਰ ਨਿਬੜਨ ਵਾਲੀ ਗੱਲ ਹੈ। ਤੇ ਜੋ ਤੂੰ ਕਰੇਂਗਾ ਉਸੇ ਅਨੁਸਾਰ ਹੀ ਤੇਰੇ ਕਰਮਾਂ ਦਾ ਲੇਖਾ ਜੋਖਾ ਹੋਵੇਗਾ। ਹੁਣ ਜਦੋਂ ਸਾਰੀ ਜ਼ਿੰਦਗੀ ਬੰਦਾ ਕਮਾਈ ਕਰਦਾ ਹੋਇਆ ਅੰਤ ਨੂੰ ਸਰੀਰ ਜਿਹੜਾ ਹੈ ਸਵਾਸਾਂ ਦੀ ਖੇਡ ਮੁੱਕ ਜਾਂਦੀ ਹੈ ਨਾ, ਤੇ ਉਹਦੇ ਬਾਅਦ ਹਾਲਤ ਕੀ ਹੁੰਦੀ ਹੈ? ਭਗਤ ਕਬੀਰ ਸਾਹਿਬ ਕਹਿ ਰਹੇ ਨੇ, ਰੇ ਬੌਰੇ ਤੋਹੇ ਘਰੀ ਨਾ ਰਾਖੈ ਕੋਈ। ਵੇਖੋ, ਜਿਹੜਾ ਕੱਲ ਤੱਕ ਮੇਰਾ ਪਿਤਾ ਸੀ, ਜਿਹੜੀ ਕੱਲ ਤੱਕ ਮੇਰੀ ਮਾਂ ਸੀ, ਜਿਹੜਾ ਮੇਰਾ ਧੀ ਸੀ, ਪੁੱਤਰ ਸੀ, ਜਿਨ੍ਹਾਂ ਨੇ ਸਾਰਾ ਕੁਝ ਘਰ ਨੂੰ ਹੀ ਲਿਆ ਕੇ ਢੋ ਕੇ ਰੱਖ ਦਿੱਤਾ, ਤੇ ਜਦੋਂ ਅਵਸਥਾ ਇਹ ਆਈ ਕਿ ਹੁਣ ਸਵਾਸਾਂ ਰੂਪੀ ਤੇਲ ਮੁੱਕ ਚੁੱਕਾ ਹੈ, ਤੇ ਇਹ ਦੀਵੇ ਜਿਹਾ ਸਰੀਰ, ਇਹਦੇ ਅੰਦਰ ਕੋਈ ਆਸਰਾ ਨਹੀਂ ਹੈ, ਇਸ ਦੀਵੇ ਨੂੰ ਘਰ, ਸਰੀਰ ਨੂੰ ਘਰ ਵਿੱਚ ਰੱਖਣ ਵਾਸਤੇ ਵੀ ਕੋਈ ਤਿਆਰ ਨਹੀਂ। ਜਿਹੜੀ ਚੀਜ਼ ਵਰਤੋਂ ਦੀ ਨਾ ਹੋਵੇ ਨਾ, ਉਸ ਚੀਜ਼ ਨੂੰ ਪਾਸੇ ਕਰਕੇ ਰੱਖ ਦਿੱਤਾ ਜਾਂਦਾ। ਆਮ ਸੰਸਾਰੀ ਸਾਡੇ ਘਰ ਦੀ ਉਦਾਹਰਣ ਹੈ। ਘਰ ਵਿੱਚ ਜੋ ਵਰਤੋਂ ਵਿੱਚ ਨਾ ਆਉਣ ਵਾਲਾ ਹੋਵੇ ਉਹਨੂੰ ਕਬਾੜ ਵਿੱਚ ਗਿਣ ਲਿਆ ਜਾਂਦਾ ਹੈ। ਔਰ ਵੇਖੋ ਕਿੱਡੀ ਹੈਰਾਨੀ ਦੀ ਗੱਲ ਹੈ, ਜਿਹੜਾ ਸਰੀਰ ਸਾਰੀ ਉਮਰ ਕਮਾਈ ਕਰਦਾ ਰਿਹਾ, ਉਸ ਸਰੀਰ ਵਿੱਚੋਂ ਵਾਹਿਗੁਰੂ ਦੀ ਜੋਤ ਨੇ ਕਿਨਾਰਾ ਕੀਤਾ, ਤੇ ਉਸ ਸਰੀਰ ਨੂੰ ਇੱਕ ਪਲ ਵੀ, ਇੱਕ ਘੜੀ ਵੀ ਕੋਈ ਆਪਣੇ ਘਰ ਵਿੱਚ ਰੱਖਣ ਵਾਸਤੇ ਤਿਆਰ ਨਹੀਂ। ਇਹ ਬਾਬਾ ਕਬੀਰ ਸਾਹਿਬ ਜੀ ਸਾਨੂੰ ਸਮਝਾ ਰਹੇ ਹਨ। ਤੋ ਰਾਮ ਨਾਮ ਜਪ ਸੋਈ। ਹੁਣ ਇਹ ਜਦੋਂ ਸਰੀਰ ਦੀ ਹਾਲਤ ਇਹ ਹੈ, ਵੇਖੋ ਗੁਰਬਾਣੀ ਦੇ ਵਿੱਚੋਂ ਨਾ ਜੀ ਸਾਨੂੰ ਆਪਣੇ ਜੀਵਨ ਦੇ ਹਰ ਪੱਖ ਦਾ ਗਿਆਨ ਪ੍ਰਾਪਤ ਹੋ ਜਾਣਾ। ਗੁਰਬਾਣੀ ਨੂੰ ਤੁਸੀਂ, ਗੁਰੂ ਕੇ ਬਚਨਾਂ ਨੂੰ ਤੁਸੀਂ ਆਪਣੇ ਜੀਵਨ ਦੇ ਉੱਤੇ ਲਾਗੂ ਕਰਨ ਦਾ ਯਤਨ ਕਰੋ। ਗੁਰੂ ਨੂੰ ਪੁੱਛਿਆ ਤੇ ਕਰੀਏ, ਮਹਾਰਾਜ ਮੇਰੇ ਜੀਵਨ ਲਈ ਉਪਦੇਸ਼ ਕੀ ਹੈ? ਸਾਹਿਬ ਜੀ ਮੈਂ ਦਿਨ ਕਿਵੇਂ ਗੁਜ਼ਾਰਾਂ? ਸਤਿਗੁਰੂ ਮੇਰੀ ਰਾਤ ਕਿਵੇਂ ਗੁਜ਼ਰੇ? ਸਤਿਗੁਰੂ ਕਿਰਪਾ ਕਰੋ, ਮੈਨੂੰ ਦੱਸਣਾ ਕਰੋ ਕਿ ਕਿਸ ਪ੍ਰਕਾਰ ਮੈਂ ਆਪਣੇ ਜੀਵਨ ਦੇ ਇਹ ਸਮੇਂ ਨੂੰ ਗੁਜ਼ਾਰਾਂ ਜੋ ਵਰਤਮਾਨ ਚੱਲਦਾ ਪਿਆ ਹੈ, ਤਾਂ ਕਿ ਮੈਨੂੰ ਤੁਹਾਡਾ ਸਾਥ ਨਸੀਬ ਹੋ ਜਾਵੇ, ਤਾਂ ਕਿ ਮੈਨੂੰ ਐਡੇ ਔਖੇ ਹਾਲਾਤ ਮੇਰੇ ਜੀਵਨ ਦੇ ਨਾ ਬਣਨ ਕਿ ਮੈਂ ਮਨਮੁਖਾਂ ਦੀ ਗਿਣਤੀ ਵਿੱਚ ਆ ਜਾਵਾਂ। ਤਾਂ ਸਾਹਿਬ ਬਾਬਾ ਕਬੀਰ ਸਾਹਿਬ ਕਹਿੰਦੇ ਨੇ, ਤੂੰ ਰਾਮ ਨਾਮ ਜਪ ਸੋਈ। ਉਹ ਨਾਮ ਰਾਮ ਕਰਤਾ ਪੁਰਖ ਵਾਹਿਗੁਰੂ ਜੀ ਦਾ ਨਾਮ ਜਪ, ਜਿਸ ਨਾਮ ਨੇ ਤੇਰਾ ਸਾਥੀ ਬਣਨਾ ਹੈ, ਜਿਸ ਨਾਮ ਨੇ ਤੇਰਾ ਆਸਰਾ ਬਣਨਾ ਹੈ। ਨਾਮ ਤੋਂ ਬਿਨਾਂ ਜੀਵ ਆਤਮਾ ਦੀ ਹੋਰ ਓਟ ਹੈ ਹੀ ਕੋਈ ਨਹੀਂ। ਇਹ ਸਾਡਾ ਭੁਲੇਖਾ ਹੈ ਕਿ ਧਨ ਦੌਲਤ ਸਾਡਾ ਸਾਥ ਦੇਵੇਗਾ। ਇਹ ਸਾਡਾ ਭੁਲੇਖਾ ਹੈ ਵੀ ਜਦੋਂ ਅਸੀਂ ਸੰਸਾਰ ਵਿੱਚ ਚੱਲਦੇ ਹਾਂ, ਕੋਈ 10 20 50 ਬੰਦੇ ਸਾਡੇ ਨਾਲ ਤੁਰਦੇ ਨੇ ਕਿਉਂਕਿ ਸਾਡੇ ਕੋਲ ਅਹੁਦੇ ਬੜਾ ਵਧੀਆ ਨੇ, ਪਰ ਨਹੀਂ ਭਾਈ, ਜਿੱਥੇ ਜਾ ਕੇ ਲੇਖੇ ਦੀ ਗੱਲ ਆਉਣੀ ਹੈ, ਉੱਥੇ ਤਾਂ ਜੀਵ ਆਤਮਾ ਨੂੰ ਆਪ ਹੀ ਉਸ ਲੇਖੇ ਨਾਲ ਜਿਹੜਾ ਹੈ ਨਿਬੜਨਾ ਪੈਣਾ ਹੈ। ਤੇ ਇਸ ਵਾਸਤੇ ਉਸ ਕਰਤਾ ਪੁਰਖ ਵਾਹਿਗੁਰੂ ਜੀ ਦੇ ਨਾਮ ਨੂੰ ਧਿਆਉਣ ਦਾ ਯਤਨ ਕਰੀਏ। ਵਾਹਿਗੁਰੂ ਜੀ ਦੇ ਨਾਮ ਵਿੱਚ ਆਪਣੀ ਸੁਰਤ ਜੋੜ ਲਈਏ। ਉਹ ਨਾਮ ਜਿਹਨੂੰ ਬਾਣੀ ਅੰਦਰ ਇਉਂ ਆਖਿਆ ਗਿਆ ਹੈ, ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ, ਭਾਹੇ ਨਾ ਸਾਕੇ ਜਾਲੇ। ਗੁਰੂ ਕੇ ਬਚਨਾਂ ਵਿੱਚੋਂ ਸਾਨੂੰ, ਗੁਰੂ ਕੇ ਸ਼ਬਦ ਵਿੱਚੋਂ ਨਾਮ ਦੀ ਪ੍ਰਾਪਤੀ ਹੁੰਦੀ ਹੈ। ਬਾਣੀ ਸਾਨੂੰ ਨਾਮ ਨਾਲ, ਰੱਬ ਜੀ ਨਾਲ ਜੋੜਦੀ ਹੈ। ਤੇ ਇਹਨਾਂ ਬਚਨਾਂ ਦਾ ਜਦੋਂ ਅਸੀਂ ਤਾਣ, ਇਹਨਾਂ ਬਚਨਾਂ ਦੀ ਤਾਕਤ ਦੀ ਗੱਲ ਕਰੀਏ ਨਾ, ਤੇ ਸਾਹਿਬ ਆਖਦੇ ਨੇ ਇਹ ਬਚਨ ਸਾਡੀ ਜਿੰਦ ਦੇ ਸਾਥੀ ਬਣ ਕੇ ਚੱਲਦੇ ਨੇ। ਇੱਕ ਨੇ ਸਰੀਰ ਦੇ ਸਾਥੀ, ਉਹ ਹਾਲਾਤ ਵੇਖ ਕੇ ਆਸੇ-ਪਾਸੇ ਹੋ ਜਾਂਦੇ ਨੇ। ਤੁਸੀਂ ਕਿਸੇ ਬੰਦੇ ਦਾ 100 ਕੰਮ ਚੰਗਾ ਕਰੋ, ਇੱਕ ਵਾਰ ਉਹਨੂੰ ਨਾ ਕਰਕੇ ਵੇਖੋ ਸਹੀ, ਅਗਲਾ 100 ਕੀਤਿਆਂ ਹੋਇਆਂ ਤੇ ਮਿੱਟੀ ਪਾ ਕੇ ਤੇ ਤੁਹਾਡੇ ਇੱਕ ਨੂੰ ਗਿਣਾਉਣ ਬਹਿ ਜਾਂਦਾ ਹੈ ਵੀ ਤੁਸੀਂ ਮੇਰਾ ਇੱਕ ਆਹ ਕੰਮ ਨਹੀਂ ਸਵਾਰਿਆ। ਇਹ ਸਰੀਰ ਦੀ ਹਾਲਤ ਹੈ। ਤੁਸੀਂ ਸਾਰੀ ਜ਼ਿੰਦਗੀ ਕਿਸੇ ਨਾਲ ਸਨੇਹ ਪਾ ਕੇ ਰੱਖੋ, ਇੱਕ ਵਾਰ ਤੁਹਾਡੇ ਤੋਂ ਕਿਤੇ ਕੋਈ ਉਕਾਈ ਹੋਣ ਦੀ ਗੱਲ ਹੈ, ਅਗਲਾ ਤੁਹਾਡਾ ਸਾਰਾ ਕੁਝ ਪਿਛਲਾ ਭੁੱਲ ਕੇ ਤੁਹਾਨੂੰ ਉਲਾਮੇ ਦੇਣੇ ਸ਼ੁਰੂ ਕਰ ਦਿੰਦਾ। ਸਾਹਿਬ ਕਹਿੰਦੇ ਫਿਰ ਐਸੇ ਸਾਥ ਦਾ ਕੀ ਕਰਨਾ ਜਿਹੜਾ ਸਾਥ ਤੁਹਾਡੇ ਨਾਲ ਕਦਮ ਮਿਲਾ ਕੇ ਚੱਲ ਨਾ ਸਕੇ। ਤੇ ਸਾਥ ਮਹਾਰਾਜ ਮਾਣੀਏ ਕਿਹਦਾ? ਸਾਹਿਬ ਆਖਿਆ, ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਕਿਹਾ, ਜੇ ਸੱਜਣ ਬਣਾਉਣੇ ਨੇ ਨਾ ਤੇ ਯਾਦ ਰੱਖ ਭਲਿਆ, ਸੱਜਣ ਸੇਈ ਨਾਲ ਮੈਂ ਚੱਲਦਿਆਂ ਨਾਲ ਚਲਨ, ਜਿੱਥੇ ਲੇਖਾ ਮੰਗੀਐ ਤਿੱਥੇ ਖੜੇ ਦਿਸਨ। ਸੱਜਣ ਉਹ ਕਾਇਮ ਕਰੀ ਜਿੱਥੇ ਤੈਨੂੰ ਜ਼ਰੂਰਤ ਹੋਵੇ ਤੇ ਤੇਰੇ ਸਾਹਮਣੇ ਉਹ ਸੱਜਣ ਆਪਣੇ ਆਪ ਆ ਜਾਣ, ਤੈਨੂੰ ਆਵਾਜ਼ ਮਾਰਨ ਦੀ ਲੋੜ ਨਾ ਪਵੇ। ਤੇ ਐਸਾ ਸੱਜਣ ਕੌਣ ਹੈ
ਕੇਵਲ ਪਰਮਾਤਮਾ ਦਾ ਨਾਮ, ਕੇਵਲ ਸਾਡੇ ਸ਼ੁਭ ਕਰਮ, ਉਹ ਸਾਡੇ ਸੱਜਣ ਬਣ ਕੇ ਚੱਲਦੇ ਨੇ। ਪਰ ਜਦੋਂ ਆਪਾਂ ਇਹ ਗੱਲ ਕਹੀਏ ਕਿ ਸੰਸਾਰ ਤੋਂ ਕੋਈ ਆਸ ਲਾ ਕੇ ਨਿਰੰਕਾਰ ਦੇ ਘਰ ਵਿੱਚ ਕੋਈ ਇੱਜ਼ਤ ਪੱਤ ਪੈਜ ਬਣੇਗੀ, ਨਹੀਂ ਭਾਈ। ਸੰਸਾਰ ਦੇ ਵਿੱਚ ਵਿਚਰਨਾ ਹੈ, ਸੰਸਾਰ ਸਮਾਜ ਵਿੱਚ ਹੀ ਅਸੀਂ ਰਹਿਣਾ ਹੈ, ਪਰ ਸਮਾਜ ਵਿੱਚ ਰਹਿੰਦਿਆਂ ਹੋਇਆਂ ਨੇ ਅਸੀਂ ਪ੍ਰਭੂ ਦੇ ਨਾਮ ਦਾ ਪੱਲਾ ਪਕੜ ਕੇ ਰੱਖਣਾ ਹੈ। ਔਰ ਇਹ ਆਪਣੇ ਮਨ ਦੇ ਅੰਦਰ ਨਿਸ਼ਚਾ ਰੱਖੀਏ ਕਿ ਸਾਡੇ ਸਰੀਰ ਦਾ ਇੱਕ ਨਾ ਇੱਕ ਦਿਨ ਅੰਤ ਜ਼ਰੂਰ ਹੋਣਾ ਹੈ। ਅਸੀਂ ਇਹ ਅਟੱਲ ਵਿਸ਼ਵਾਸ ਰੱਖੀਏ, ਡਰੀਏ ਨਾ। ਇੱਕ ਤੇ ਸਾਡੀ ਮਾਨਸਿਕਤਾ ਇਹ ਹੈ ਵੀ ਜਦੋਂ ਕੋਈ ਮੌਤ ਦੀ ਗੱਲ ਕਰੇ ਨਾ ਤੇ ਸਾਨੂੰ ਉਹ ਬੰਦਾ ਹੀ ਚੰਗਾ ਨਹੀਂ ਲੱਗਦਾ ਜਿਹੜੀ ਮੌਤ ਦੀ ਗੱਲ ਕਰੇ। ਪਰ ਤੁਸੀਂ ਯਾਦ ਰੱਖੋ, ਮੌਤ ਤੋਂ ਬਿਨਾਂ ਜੀਵਨ ਦੀ ਕਲਪਨਾ ਨਹੀਂ ਜੇ ਕੀਤੀ ਜਾ ਸਕਦੀ। ਕੋਈ ਬੰਦਾ ਇਹ ਦਾਅਵਾ ਨਹੀਂ ਕਰ ਸਕਦਾ ਵੀ ਮੈਂ ਮੌਤ ਨਹੀਂ ਲਿਖਾ ਕੇ ਲੈ ਕੇ ਆਇਆ। ਸਾਹਿਬ ਦਾ ਬੋਲ ਹੈ, ਜੁਗੋ ਜੁਗ ਅਟਲ ਬਚਨ ਨੇ ਮਰਨ ਲਿਖਾਏ, ਮੰਡਲ ਮੈਂ ਆਏ। ਅਸੀਂ ਇਸ ਮ੍ਰਿਤ ਮੰਡਲ ਵਿੱਚ, ਇਸ ਸੰਸਾਰ ਵਿੱਚ ਸਾਨੂੰ ਭੇਜਿਆ ਹੀ ਤਾਂ ਹੈ ਪ੍ਰਮਾਤਮਾ ਨੇ। ਸਾਡੇ ਜਨਮ ਦੇ ਨਾਲ ਨਾਲ ਸਾਡੇ ਮੌਤ ਵਾਲਾ ਸਮਾਂ ਵੀ ਉਹਨ ਮੁਕਰਰ ਕਰ ਦਿੱਤਾ। ਸਾਨੂੰ ਬਹੁਤ ਕੁਝ ਚੇਤੇ ਵਿੱਚ ਹੈ। ਬਾਣੀ ਨੇ ਆਖਿਆ, ਸਾਹਿਬ ਕਿਰਪਾ ਕਰਦੇ ਨੇ, ਖਾਣਾ ਪੀਣਾ ਹੱਸਣਾ ਸੌਣਾ ਸਭ ਯਾਦ ਹੈ, ਵਿਸਰ ਗਿਆ ਹੈ ਮਰਨਾ। ਪਰ ਭੁੱਲ ਕੀ ਗਿਆ? ਭੁੱਲ ਇਹ ਗਿਆ ਵੀ ਅਸੀਂ ਸੰਸਾਰ ਤੋਂ ਜਾਣਾ ਵੀ ਹੈ, ਵੀ ਸਾਨੂੰ ਇਹ ਚੇਤੇ ਵਿੱਚ ਨਹੀਂ। ਔਰ ਇਹ ਹੋਇਆ ਕਿਉਂ? ਇਹਦਾ ਵੀ ਇੱਕ ਕਾਰਨ ਹੈ। ਸਾਹਿਬ ਨੇ ਉਹ ਕਾਰਨ ਦੱਸਿਆ। ਸਾਹਿਬ ਕਹਿੰਦੇ, ਭਰਨ ਪੋਖਣ ਸੰਗ ਔਦ ਬਿਆਣੀ, ਜੈ ਜਗਦੀਸ਼ ਕੀ ਗਤ ਨਹੀਂ ਜਾਣੀ। ਅਸੀਂ ਆਪਣੇ ਪੇਟ ਨੂੰ, ਆਪਣੇ ਸਰੀਰ ਨੂੰ, ਆਪਣੇ ਘਰ-ਬਾਰ ਨੂੰ ਪਰਵਰਿਸ਼ ਦੀ ਖਾਤਰ ਇੰਨਾ ਰੁੱਝ ਗਏ ਕਿ ਸਾਨੂੰ ਇਸ ਗੱਲ ਦਾ ਚੇਤਾ ਹੀ ਭੁੱਲ ਗਿਆ ਵੀ ਰੱਬ ਦਾ ਨਾਮ ਵੀ ਜਪਣਾ ਹੈ ਤੇ ਸੰਸਾਰ ਤੋਂ ਜਾਣਾ ਵੀ ਪੈਣਾ। ਕੋਈ ਬੰਦਾ ਭਾਵੇਂ 100 ਵਰਿਆਂ ਦਾ ਵੀ ਹੋਵੇ ਨਾ, ਉਹਨੂੰ ਪਤਾ ਹੈ ਵੀ ਪਿੱਛਾ ਤੇ ਬਹੁਤ ਪਿਛਾਂ ਹੈ, ਅੱਗਾ ਬਹੁਤ ਨੇੜੇ ਆ ਚੁੱਕਿਆ ਹੈ, ਉਹ ਵੀ ਇਸ ਗੱਲ ਦਾ ਜਿਹੜਾ ਹੈ ਨਾ ਉਹ ਗੁੱਸਾ ਕਰੇਗਾ ਵੀ ਮੌਤ ਦੀ ਗੱਲ ਕਿਉਂ ਕੋਲ ਕੀਤੀ। ਹਾਲਾਂਕਿ ਉਹ ਐਨ ਕਿਨਾਰੇ ਤੇ ਹੁੰਦਾ ਹੈ, ਨਦੀ ਕਿਨਾਰੇ ਰੁਖੜੇ ਵਾਲੀ ਗੱਲ ਹੈ, ਪਤਾ ਨਹੀਂ ਕਿਹੜੇ ਵੇਲੇ ਢਹਿ ਕੇ ਵਿੱਚ ਜਾ ਪਵੇ। ਪਰ ਉਹ ਵੀ ਆਖੇਗਾ ਵੀ ਨਹੀਂ, ਹੋਰ ਜੀਵਨ ਦੀ ਲਾਲਸਾ ਹੀ ਮਨ ਵਿੱਚ ਇਦਾਂ ਪੈਦਾ ਹੋ ਗਈ ਹੈ। ਪਰ ਭਗਤ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ ਨੇ, ਕਿਰਪਾ ਕਰਦੇ ਨੇ, ਆਖਦੇ ਨੇ, ਭਾਈ ਤੇਰੇ ਇਸ ਜੀਵਨ ਦੀ ਕਦਰ ਉਹਨਾਂ ਚਿਰ ਹੈ ਜਿੰਨਾ ਚਿਰ ਤੇਰੇ 'ਚ ਸਵਾਸ ਨੇ ਪ੍ਰਭੂ ਦੇ ਦਿੱਤੇ ਹੋਏ। ਜਦੋਂ ਤੇਰੇ ਸਵਾਸ ਖਤਮ ਹੋਏ ਨਾ, ਤੈਨੂੰ ਮੁਰਦਾ ਐਲਾਨ ਕੇ ਅਗਲਿਆਂ ਨੇ ਇੱਕ ਘੜੀ ਵੀ ਜਿਹੜਾ ਹੈ ਉਹ ਆਪਣੇ ਘਰ ਵਿੱਚ ਨਹੀਂ ਰੱਖਣਾ। ਛੇਤੀ ਦੇ ਨਾਲ ਇਸ ਗੱਲ ਦਾ ਨਿਰਣਾ ਕਰਨਗੇ ਵੀ ਕਿੰਨੇ ਵਜੇ, ਕਿਹੜਾ ਸਮਾਂ, ਜਦੋਂ ਇਹਨੂੰ ਕਬਰਾਂ ਵਿੱਚ, ਸ਼ਮਸ਼ਾਨ ਵਿੱਚ ਲੈ ਕੇ ਜਾਣਾ ਹੈ। ਤੇ ਭਾਈ ਤੂੰ ਆਪਣੇ ਜੀਵਨ ਵਿੱਚ ਰਹਿੰਦਿਆਂ ਹੋਇਆਂ, ਜਦੋਂ ਤੇਰੇ ਕੋਲ ਸਵਾਸ ਪੱਲੇ ਵਿੱਚ ਨੇ, ਤੂੰ ਰੱਬ ਦੇ ਨਾਮ ਨਾਲ ਜੁੜ, ਉਸ ਵਾਹਿਗੁਰੂ ਕਰਤਾ ਪੁਰਖ ਨੂੰ ਸਿਮਰ, ਉਹਨੂੰ ਯਾਦ ਕਰ ਜਿਹੜਾ ਨਿਰੰਕਾਰ ਤੇਰੀ ਹਰ ਥਾਂ ਸਹਾਇਤਾ ਕਰਨ ਵਾਲਾ ਹੈ, ਹਰ ਥਾਂ ਦੇ ਉੱਤੇ ਤੇਰੀ ਪੈਜ ਰੱਖਣ ਵਾਲਾ ਹੈ। ਰਹਾਉ ਵਿਸ਼ਰਾਮ ਦੇ ਕਰਕੇ ਸਮਝਾ ਰਹੇ ਹਨ। ਕਾਕੀ ਮਾਤ ਪਿਤਾ ਕਹੋ ਕਾਕੂ, ਕਵਨ ਪੁਰਖ ਕੀ ਜੋਈ। ਹੁਣ ਜਿੰਨਾ ਚਿਰ ਸਰੀਰ ਦੇ ਵਿੱਚ ਸਵਾਸ ਨੇ, ਰਿਸ਼ਤੇ ਨਾਤੇ ਉਹਨਾਂ ਚਿਰ ਨੇ ਸੰਗਤ ਜੀ। ਜਦੋਂ ਸਰੀਰ ਚੋਂ ਸਵਾਸ ਮੁੱਕ ਗਏ ਤਾਂ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਨੇ, ਕੌਣ ਪਿਤਾ ਹੈ ਕਿਸੇ ਦਾ, ਕਿਹੜੀ ਕਿਸੇ ਦੀ ਮਾਂ, ਕੌਣ ਕਿਸੇ ਦੀ ਇਸਤਰੀ। ਕੋਈ ਸਨੇਹੀ ਹੋਵੇ ਤੇ ਘਰ ਵਿੱਚ ਨਾ ਰੱਖ ਲਵੇ, ਸਨੇਹੀ ਹੋਵੇ ਤੇ ਕਬਰ ਦੇ ਹਵਾਲੇ ਕਿਉਂ ਕਰੇ। ਜੇ ਇੰਨਾ ਸਨੇਹ ਹੈ ਤੇ ਅੱਗ ਦੇ ਉੱਤੇ ਸਰੀਰ ਨੂੰ ਕਿਉਂ ਰੱਖੇ? ਉਹਦਾ ਕਾਰਨ ਇੱਕ ਹੈ, ਕਿਉਂਕਿ ਜਿੰਨਾ ਚਿਰ ਸਵਾਸ ਚੱਲਦੇ ਨੇ ਉਤਨਾ ਚਿਰ ਹੀ ਸਰੀਰ ਦੇ ਸਾਥ ਨੇ, ਉਹਨਾਂ ਚਿਰ ਸੰਬੰਧ ਨੇ। ਸਤਿਗੁਰੂ ਦਾ ਇੱਕ ਬੋਲ ਆਉਂਦਾ, ਸਾਹਿਬ ਆਖਦੇ ਨੇ, ਦਾਰਾ ਮੀਤ ਪੂਤ ਸੰਬੰਧੀ ਇਸ਼ਟ ਮੀਤ ਅਰ ਭਾਈ, ਪੂਰਬ ਜਨਮ ਕੇ ਮਿਲੇ ਸੰਜੋਗੀ, ਅੰਤੈ ਕੋ ਨਾ ਸਹਾਈ। ਇਹ ਪੂਰਬਲੇ ਜਨਮਾਂ ਦਾ ਸੰਜੋਗ ਸੀ ਕਿ ਕਿਸੇ ਦੇ ਮਾਂ ਬਾਪ ਬਣ ਕੇ, ਕਿਸੇ ਦੇ ਧੀਆਂ ਪੁੱਤਰ ਬਣ ਕੇ ਅਸੀਂ ਸੰਸਾਰ ਵਿੱਚ ਵਿਚਰ ਰਹੇ ਹਾਂ। ਪਰ ਯਾਦ ਰੱਖੀਏ, ਜਦੋਂ ਅੰਤ ਦਾ ਵੇਲਾ ਆਇਆ, ਉਸ ਵੇਲੇ ਕੋਈ ਇੱਕ ਦੂਜੇ ਦੀ ਸਹਾਇਤਾ ਨਹੀਂ ਕਰ ਸਕਦਾ। ਸਵਾਸਾਂ ਦੀ ਬਾਬਤ ਇਹ ਬਚਨ ਬਾਣੀ ਅੰਦਰ ਆਉਂਦਾ ਹੈ ਵੀ ਨੈ ਵਢਨ ਘਟਨ ਤਿਲ ਸਾਰ, ਇੱਕ ਤਿਲ ਮਾਤਰ ਜਿੰਨਾ ਸਮਾਂ ਇੱਧਰ ਉੱਧਰ ਨਹੀਂ ਹੋਣਾ। ਤੇ ਨਾ ਹੀ ਕੋਈ ਰਿਸ਼ਤੇਦਾਰ ਸਨੇਹੀ ਇਹ ਦਾਅਵਾ ਕਰ ਸਕਦਾ। ਇਹ ਦਾਅਵੇ ਸਾਰੇ ਨੇ ਸਰੀਰ ਦੇ ਨਾਲ, ਸਰੀਰ ਦੇ ਵਿੱਚੋਂ ਸਵਾਸ ਖਤਮ ਹੋ ਗਏ, ਕੋਈ ਵੀ ਕਿਸੇ ਪ੍ਰਕਾਰ ਦਾ ਦਾਅਵਾ ਨਹੀਂ ਪੁੱਗਦਾ। ਘਾਟ ਫੂਟੇ ਕੋ ਬਾਤ ਨਾ ਪੁੱਛੈ,
ਕਾਢੋ ਹੋਈ। ਘਟ ਨਾਮ ਸੰਬੋਧਨ ਹੈ ਸਰੀਰ ਨੂੰ। ਕਹਿਣ ਲੱਗੇ ਜਿਸ ਪ੍ਰਕਾਰ ਮਿੱਟੀ ਦਾ ਕੋਈ ਭਾਂਡਾ, ਕੱਚਾ ਭਾਂਡਾ ਟੁੱਟ ਜਾਵੇ ਤੇ ਘਰ ਦੀ ਸੁਆਣੀ ਉਹਨੂੰ ਆਪਣੇ ਚੌਂਕੇ ਚੋਂ ਕੱਢ ਕੇ ਪਾਸੇ ਰੱਖ ਦਿੰਦੀ ਵੀ ਤੂੰ ਮੇਰੇ ਕਿਸੇ ਕੰਮ ਦਾ ਨਹੀਂ। ਕਹਿਣ ਲੱਗੇ ਇਸੇ ਤਰ੍ਹਾਂ ਇਹ ਸਰੀਰ ਜਦੋਂ ਇਹ ਫੁੱਟ ਜਾਵੇ, ਭਾਵ ਸਵਾਸਾਂ ਦਾ ਸੰਬੰਧ ਟੁੱਟ ਜਾਵੇ ਤੇ ਸਰੀਰ ਦੇ ਸਾਥੀ ਰਹੇ, ਸਰੀਰ ਦੇ ਰਿਸ਼ਤੇਦਾਰ ਅਖਵਾਉਣ ਵਾਲੇ ਕੀ ਕਹਿੰਦੇ ਨੇ, ਕੋਈ ਵੀ ਆ ਕੇ ਸਾਰ ਨਹੀਂ ਲੈਂਦਾ, ਛੇਤੀ ਨਾਲ ਇੱਕੋ ਗੱਲ ਹੈ, ਕਿੰਨੇ ਵਜੇ ਸੰਸਕਾਰ ਕਰੋਗੇ, ਕਿੰਨੇ ਵਜੇ ਲੈ ਕੇ ਚੱਲੋਗੇ। ਕੇਵਲ ਇਹੀ ਬਚਨਾਂ ਦੀ ਆਵਾਜ਼, ਇਹਨਾਂ ਬੋਲਾਂ ਦੀ ਆਵਾਜ਼ ਆਉਂਦੀ ਹੈ ਕਿ ਛੇਤੀ ਛੇਤੀ ਸੂਰਜ ਛਿਪਣ ਤੋਂ ਪਹਿਲਾਂ ਪਹਿਲਾਂ ਸ਼ਮਸ਼ਾਨ ਨੂੰ ਲੈ ਚੱਲੋ, ਦੂਰੋਂ ਆਏ ਨੇ, ਉਹਨਾਂ ਨੇ ਵਾਪਸ ਵੀ ਮੁੜ ਕੇ ਜਾਣਾ ਹੈ। ਇਹੀ ਕੁਝ ਸਾਰੇ ਬੰਨੇ ਜਿਹੜਾ ਹੈ ਉਹ ਚੱਲ ਪੈਂਦਾ ਹੈ। ਦੇਹੁਰੇ ਬੈਠੀ ਮਾਤਾ ਰੋਵੈ, ਖਟਿਆ ਲੈ ਗਏ ਭਾਈ। ਹੁਣ ਜਿਨ੍ਹਾਂ ਦੇ ਨਾਲ ਸਨੇਹ ਹੈ, ਮਾਂ ਉਹ ਜਿਹਨੇ ਪੁੱਤ ਨੂੰ, ਆਪਣੇ ਬੱਚੇ ਨੂੰ ਜਨਮ ਦਿੱਤਾ ਹੈ, ਉਹ ਪੁੱਤ ਦੇ ਵਿਛੋੜੇ ਦੇ ਵਿੱਚ ਦੇਹਰੀ ਦਲੀਜ ਤੇ ਬਹਿ ਕੇ ਰੋਂਦੀ ਹੈ। ਪੁਰਾਣੇ ਸਮੇਂ ਵਿੱਚ ਔਰਤਾਂ ਨੂੰ ਸ਼ਮਸ਼ਾਨ ਵਿੱਚ ਜਾਣ ਦੀ ਇਜਾਜ਼ਤ ਨਹੀਂ ਸੀ। ਘਰ ਦੀ ਦਲੀਜ ਤੱਕ ਔਰਤਾਂ ਨਾਲ ਤੁਰਦੀਆਂ ਇੱਕ ਦੋ ਕਦਮ ਤੇ ਫਿਰ ਉੱਥੇ ਬਹਿ ਜਾਂਦੀਆਂ ਤੇ ਇਕੱਲੇ ਮਰਦ ਹੀ ਜਾਇਆ ਕਰਦੇ ਸਨ ਸ਼ਮਸ਼ਾਨ ਵਿੱਚ। ਔਰ ਬਾਬਾ ਕਬੀਰ ਸਾਹਿਬ ਜੀ ਆਖਣ ਲੱਗੇ ਵੀ ਮਾਂ ਦੇਹਰੀ ਤੇ ਬੈਠ ਕੇ, ਦਲੀਜ ਤੇ ਬੈਠ ਕੇ ਰੋਂਦੀ ਹੈ। ਜਿਹੜੇ ਭਰਾ ਨੇ, ਭਾਈ ਨੇ, ਸੰਗੀ ਸਾਥੀ ਨੇ, ਸਾਕ ਸੰਬੰਧੀ ਨੇ, ਉਹ ਸੰਸਾਰ ਤੋਂ ਜਾ ਚੁੱਕੇ ਪ੍ਰਾਣੀ ਦਾ ਸਰੀਰ ਚੁੱਕਦੇ ਨੇ, ਖਟੀਆ ਭਾਵ ਮੰਜਾ ਚੁੱਕ ਕੇ ਤੇ ਸ਼ਮਸ਼ਾਨ ਵੱਲ ਨੂੰ ਲੈ ਤੁਰਦੇ ਨੇ। ਲਟ ਛਟਕਾਏ ਤਿਰਿਆ ਰੋਵਾ, ਹੰਸ ਇਕੇਲਾ ਜਾਈ। ਜਿਹੜੀ ਇਸਤਰੀ ਹੈ, ਭਾਵ ਕਿਸੇ ਦੀ ਪਤਨੀ, ਉਹਦਾ ਪਤੀ ਚੜ੍ਹਾਈ ਕਰ ਗਿਆ, ਉਹ ਆਪਣੇ ਸਿਰ ਦੇ ਵਾਲ ਖੋਲ ਕੇ ਰੁਦਨ ਕਰਦੀ ਹੈ। ਵਿਛੋੜਾ ਹੈ ਨਾ, ਸਰੀਰ ਦਾ ਵਿਛੋੜਾ ਹੈ। ਪਰ ਕਹਿਣ ਲੱਗੇ ਵੀ ਕੀ ਉਹ ਇਸ ਵਿਛੋੜੇ ਦੇ ਵਿੱਚ ਰੋਂਦੀ ਹੋਈ ਆਪਣੇ ਪਤੀ ਦਾ ਕੋਈ ਸਾਥ ਦੇ ਸਕਦੀ ਹੈ? ਨਹੀਂ। ਹੰਸ ਇਕੇਲਾ ਜਾਈ, ਉਹ ਜੀਵ ਆਤਮਾ ਪਰਲੋਕ ਵਾਲੇ ਪਾਸੇ ਨੂੰ ਤੁਰਿਆ ਉਸ ਪੈਂਡੇ ਦੇ ਉੱਤੇ। ਸਰੀਰ ਦਾ ਕੋਈ ਸਾਥੀ ਜਿਹੜਾ ਹੈ ਉਹ ਸਾਥ ਨਹੀਂ ਦੇ ਸਕਦਾ। ਹਾਂ, ਜੇ ਸਰੀਰ ਨੇ ਨਾਮ ਜਪਿਆ ਹੋਵੇ ਤੇ ਉਸ ਨਾਮ ਵਿੱਚ ਇੰਨੀ ਤਾਕਤ ਹੈ ਕਿ ਉੱਥੇ ਕਰਤਾ ਪੁਰਖ ਵਾਹਿਗੁਰੂ ਜੀ ਦੇ ਨਾਮ ਦੇ ਸਦਕਾ ਹੀ ਬੰਦੇ ਦਾ ਸਾਥੀ ਜਿਹੜਾ ਉਹ ਨਾਮ ਬਣ ਸਕਦਾ, ਜਪੇ ਹੋਏ ਦੇ ਸਦਕਾ। ਜੇ ਕੋਈ ਇਹ ਗੱਲ ਆਖੇ ਵੀ ਜਪਿਆ ਨਹੀਂ ਹੈ ਤੇ ਫੇਰ ਨਾਮ ਸਾਥੀ ਬਣ ਜਾਵੇ, ਨਹੀਂ ਭਾਈ, ਇਦਾਂ ਨਹੀਂ। ਸਤਿਗੁਰੂ ਨੇ ਕਿਰਪਾ ਕੀਤੀ ਹੈ, ਬਾਣੀ ਅੰਦਰ ਸਾਨੂੰ ਇਹ ਸੁਨੇਹਾ ਦਿੱਤਾ ਹੈ ਕਿ ਨਾਮ ਨੂੰ ਜਪਣਾ ਹੀ ਤਾਂ ਹੈ ਕਿਉਂਕਿ ਇਸ ਨਾਮ ਨੇ ਉੱਥੇ ਵੀ ਸਾਡੀ ਸਹਾਇਤਾ ਕਰਨੀ ਹੈ ਜਿੱਥੇ ਕੋਈ ਸਾਡਾ ਸੰਬੰਧੀ, ਜਿੱਥੇ ਕੋਈ ਸਾਡਾ ਸਾਕ ਰਿਸ਼ਤੇਦਾਰ ਸਾਡਾ ਆਸਰਾ ਨਾ ਬਣ ਸਕਿਆ। ਉੱਥੇ ਜਿੱਦਾਂ ਆਪਾਂ ਰੋਜ਼ ਬਾਣੀ ਵਿੱਚ ਬਚਨ ਪੜ੍ਹਦੇ ਹਾਂ, ਤਿੱਥੈ ਤੂੰ ਸਮਰੱਥ, ਜਿੱਥੈ ਕੋਈ ਨਾਹੀਂ, ਜਿੱਥੇ ਕੋਈ ਵੀ ਨਹੀਂ ਆਸਰਾ ਹੈ ਅਕਾਲ ਪੁਰਖ ਵਾਹਿਗੁਰੂ, ਤੇਰਾ ਨਾਮ ਉੱਥੇ ਵੀ ਜੀਵ ਦਾ ਆਸਰਾ ਬਣ ਜਾਂਦਾ ਹੈ। ਇਸ ਵਾਸਤੇ ਇਸਤਰੀ ਰੁਦਨ ਤਾਂ ਕਰ ਸਕਦੀ ਹੈ, ਪਰ ਜੀਵ ਆਤਮਾ ਨੂੰ ਪਰਲੋਕ ਦੇ ਪੈਂਡੇ ਵੱਲ ਇਕੱਲੇ ਨੂੰ ਤੁਰਨਾ ਪਵੇਗਾ। ਕਹਿਤ ਕਬੀਰ ਸੁਨਹੁ ਰੇ ਸੰਤੋ, ਪੈ ਸਾਗਰ ਕਾ ਤਾਈ। ਭਗਤ ਕਬੀਰ ਸਾਹਿਬ ਜੀ ਕਿਰਪਾ ਕਰ ਰਹੇ ਨੇ, ਬਖਸ਼ਿਸ਼ ਕਰ ਰਹੇ ਨੇ। ਹੇ ਸੰਤ ਜਨੋ, ਇਸ ਭਵ ਸਾਗਰ ਦੇ ਬਾਰੇ ਸੁਣ ਲਈਏ। ਇਸ ਭਵ ਸਾਗਰ ਵਿੱਚ ਜੀਵ ਆਉਂਦਾ ਹੈ, ਸੰਸਾਰ ਵਿੱਚ ਵਿਚਰਦਾ ਹੈ, ਰਿਸ਼ਤੇ ਨਾਤਿਆਂ ਵਿੱਚ ਖਚਿਤ ਹੋ ਕਰਕੇ ਆਪਣੇ ਜੀਵਨ ਦੇ ਸਮੇਂ ਨੂੰ ਗਵਾ ਲੈਂਦਾ ਹੈ। ਜੀਵਨ ਦੇ ਸਮੇਂ ਦੀ ਸਹੀ ਵਰਤੋਂ ਨਹੀਂ ਕਰਦਾ ਤਾਂ ਉਹਦੇ ਹਾਲਾਤ ਕੀ ਬਣ ਜਾਂਦੇ ਨੇ ਕਿ ਨਾਮ ਤੋਂ ਵਿਹੂਣੇ ਬੰਦੇ ਨੂੰ ਥਾਂ ਥਾਂ ਤੇ ਚੋਟਾਂ ਹੀ ਖਾਣੀਆਂ ਪੈਂਦੀਆਂ ਨੇ। ਆਪਾਂ ਬਚਨ ਪੜ੍ਹਦੇ ਨਾ, ਹਰ ਬਿਸਰਤ ਸਦਾ ਖੁਆਰੀ। ਇਹ ਇੱਕ ਵਾਰ ਨਹੀਂ, ਅਨੇਕਾਂ ਵਾਰ ਸਾਹਿਬ ਜੀ ਨੇ ਸਾਨੂੰ ਇਹ ਬਚਨ ਕਹਿ ਕੇ ਸਮਝਾਇਆ। ਪਰਮੇਸ਼ਰ ਤੇ ਭੁੱਲਿਆਂ ਵਿਆਪਨ ਸਭੇ ਰੋਗ। ਇੱਕ ਰੱਬ ਭੁੱਲ ਜਾਵੇ, ਜ਼ਿੰਦਗੀ ਵਿੱਚ ਜੋ ਕੁਝ ਵੀ ਹੈ ਉਹ ਸਭ ਕਾਸੇ ਦੀ ਸਮਰੱਥਾ ਖਤਮ ਹੋ ਜਾਂਦੀ ਹੈ। ਭਾਵੇਂ ਜ਼ਿੰਦਗੀ ਵਿੱਚ ਤੁਹਾਡੇ ਕੋਲ ਅਨੇਕਾਂ ਹੀ ਪਦਾਰਥ ਨੇ, ਪਰ ਉਹਨਾਂ ਪਦਾਰਥਾਂ ਦਾ ਕੀ ਕਰੋਗੇ ਜਿਨ੍ਹਾਂ ਪਦਾਰਥਾਂ ਨੂੰ ਦੇਵਣ ਵਾਲਾ ਰੱਬ ਹੀ ਤੁਹਾਨੂੰ ਭੁੱਲ ਗਿਆ। ਇਹ ਬਿਰਤੀ ਕਦੇ ਨਾ ਹੋਵੇ। ਦਾਤ ਪਿਆਰੀ ਵਿਸਰਿਆ ਦਾਤਾਰਾ, ਦਾਤਾਂ ਗੁਰੂ ਕੋਲੋਂ ਮੰਗੀਏ ਪ੍ਰਾਪਤ ਕਰੀਏ, ਪਰ ਦਾਤੇ ਨੂੰ ਨਾ ਕਦੇ ਵੀ ਚਿੱਤ ਵਿੱਚੋਂ ਭੁਲਾਈਏ। ਯਾਦ ਰੱਖੀਏ ਵੀ ਦਾਤ ਗੁਰੂ ਕੋਲੋਂ ਪ੍ਰਾਪਤ ਹੋਈ ਹੈ। ਭਗਤ ਕਬੀਰ ਸਾਹਿਬ ਜੀ ਕਹਿ ਰਹੇ ਨੇ, ਇਸ ਭਵ ਸਾਗਰ ਦੇ ਤਾਈਂ
ਇਹਦੀ ਬਾਬਤ ਇਹਦੀ ਵਾਰਤਾ ਵਿਥਿਆ ਨੂੰ ਸੁਣਨਾ ਕਰੋ। ਇਸ ਬੰਦੇ ਸਿਰ ਜ਼ੁਲਮ ਹੋਤ ਹੈ, ਜਮ ਨਹੀਂ ਹਟਾ ਗੁਸਾਈ। ਦੋ ਤੁਕੇ ਭਗਤ ਕਬੀਰ ਸਾਹਿਬ ਜੀ ਕਹਿ ਰਹੇ ਨੇ, ਜੇ ਕੋਈ ਨਾਮ ਨਹੀਂ ਜਪਦਾ, ਕੋਈ ਬਾਣੀ ਨਹੀਂ ਪੜ ਰਿਹਾ, ਕੋਈ ਬੰਦਗੀ ਭਗਤੀ ਨਹੀਂ ਕਰ ਰਿਹਾ ਨਾ, ਤੇ ਜਮਾਂ ਦੇ ਹਵਾਲੇ ਤੇ ਹੋਣਾ ਹੀ ਪੈਣਾ, ਤੇ ਫਿਰ ਜ਼ੁਲਮ ਵੀ ਸਹਿਣੇ ਪੈਣਗੇ। ਕਿਉਂਕਿ ਇਹਨਾਂ ਜ਼ੁਲਮਾਂ ਤੋਂ ਛੁਟਕਾਰਾ ਤੇ ਨਹੀਂ ਹੋ ਸਕਦਾ ਨਾ। ਜੋ ਕਰਮ ਕਮਾਏ ਨੇ ਉਹਨਾਂ ਦਾ ਲੇਖਾ ਤੇ ਦੇਣਾ ਪਏਗਾ ਨਾ। ਤੇ ਜਦੋਂ ਲੇਖਾ ਹੋਵੇਗਾ, ਉਸ ਲੇਖੇ ਵਿੱਚ ਨਿਰਣਾ ਹੋਣਾ ਹੈ। ਜੇ ਸ਼ੁਭ ਅਮਲ ਨੇ ਤੇ ਫਿਰ ਸਤਿਕਾਰ ਮਿਲੇਗਾ, ਤੇ ਜੇ ਅਮਲ ਮਾੜੇ ਨੇ, ਜੇ ਕਰਮ ਜਿਹੜੇ ਹਨ ਉਹ ਗੁਰੂ ਬਾਣੀ ਅਨੁਸਾਰ, ਗੁਰੂ ਆਸ਼ੇ ਅਨੁਸਾਰ ਨਹੀਂ ਹਨ, ਤੇ ਫਿਰ ਜ਼ੁਲਮਾਂ ਦਾ ਸਾਹਮਣਾ, ਫਿਰ ਜਿਹੜਾ ਸਜ਼ਾਵਾਂ ਦਾ ਸਾਹਮਣਾ ਤੇ ਕਰਨਾ ਪਵੇਗਾ ਨਾ। ਇਹ ਦੋ ਤੁਕਿਆਂ ਵਾਲੇ ਸ਼ਬਦ ਭਗਤ ਕਬੀਰ ਸਾਹਿਬ ਜੀ ਨੇ ਜੋ ਉਚਾਰਨ ਕੀਤੇ, ਇਹ ਹੁਕਮਨਾਮੇ ਦੇ ਰੂਪ ਅੰਦਰ, ਸ੍ਰੀ ਮੁਖ ਵਾਕ ਜੀ ਦੇ ਰੂਪ ਅੰਦਰ ਇਹ ਜੋ ਸ਼ਬਦ ਪ੍ਰਾਪਤ ਹੋਇਆ ਸੀ। 9 ਸ਼ਬਦ ਸਨ ਇਹ ਕੁੱਲ ਪਹਿਲੇ ਪੜਾਅ ਦੇ ਅੰਦਰ, ਔਰ ਇਹ 9ਵਾਂ ਸ਼ਬਦ ਸਾਨੂੰ ਦੋ ਤੁਕਿਆਂ ਦਾ ਪ੍ਰਾਪਤ ਹੋਇਆ। ਸਤਿਗੁਰਾਂ ਨੇ ਕਿਰਪਾ ਕੀਤੀ ਹੈ, ਹੁਕਮ ਦੀ ਵਿਚਾਰ ਨਾਲ ਜੁੜਨ ਦਾ ਸਬਬ ਬਣਿਆ। ਆਓ ਜੋ ਪਾਵਨ ਪਵਿੱਤਰ ਸਥਾਨ ਉੱਪਰ ਲੜੀਵਾਰ ਸ਼ਬਦ ਦੀ ਵਿਚਾਰ ਹੈ, ਉਸ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰੀਏ। ਰਾਮਕਲੀ ਰਾਗ ਦੇ ਅੰਦਰ ਦੂਸਰੀ ਵਾਰ ਦੇ ਵਿੱਚ 8ਵੀਂ ਪੌੜੀ ਦਾ ਇਹ ਜੋ ਦੂਜਾ ਸ਼ਲੋਕ ਵਿਚਾਰ ਦੇ ਅਧੀਨ ਹੈ, ਆਓ ਪਿਆਰ ਨਾਲ ਸਰਵਣ ਕਰੀਏ ਜੀ। ਮਹੱਲਾ ਪੰਜਵਾ। ਏਕੋ ਜਪੀਐ ਮਨੈ ਮਾਹੀ, ਇਕ ਸਕੀ ਸਰਨਾਏ। ਧੰਨ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰ ਰਹੇ ਹਨ। ਸਾਹਿਬ ਆਖ ਰਹੇ ਹਨ, ਐ ਮਨ, ਇੱਕ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਧਿਆਉਣਾ, ਕੇਵਲ ਇੱਕ ਦੀ ਆਰਾਧਨਾ ਕਰਨੀ। ਉਹ ਕਰਤਾ ਪੁਰਖ ਵਾਹਿਗੁਰੂ ਜਿਹੜਾ ਸਾਰੀ ਸ੍ਰਿਸ਼ਟੀ ਵਿੱਚ ਰਮਿਆ ਹੋਇਆ, ਜਿਹਦੇ ਬਰਾਬਰ ਦਾ ਕੋਈ ਨਹੀਂ। ਅੱਲਾਹ ਪਾਕੰ ਪਾਕ ਹੈ, ਸ਼ੱਕ ਕਰੂੰ ਜੇ ਦੂਸਰ ਹੋਏ। ਉਹ ਰੱਬ ਇੱਕ ਹੈ, ਔਰ ਇੱਕ ਨੂੰ ਹੀ ਧਿਆਉਣ ਦੀ ਦਾਤ ਗੁਰੂ ਦੇ ਕੋਲੋਂ ਮੰਗੀਏ। ਰੋਜ਼ ਬਚਨ ਪੜ੍ਹਦੇ ਹਾਂ, ਗੁਰਾ ਇੱਕ ਦੇਹ 부ਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਸਾਹਿਬ ਗੁਰੂ ਅਰਜਨ ਦੇਵ ਪਿਤਾ ਮਹਾਰਾਜ ਜੀ ਕਿਰਪਾ ਕਰ ਰਹੇ ਨੇ, ਇੱਕ ਕਰਤਾ ਪੁਰਖ ਦੀ ਸ਼ਰਨ ਵਿੱਚ ਆਈਏ, ਔਰ ਮਨ ਦੇ ਵਿੱਚ ਕੇਵਲ ਇੱਕੋ ਦਾ ਆਸਰਾ ਧਿਆਈਏ ਜੀ। ਇਕ ਸਿਓ ਕਰ ਪਿੜਹੌੜੀ, ਦੂਜੀ ਨਾਹੀ ਜਾਏ। ਪਿਰਹੜੀ ਦਾ ਭਾਵ ਹੈ ਵੀ ਪ੍ਰੇਮ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਨਾਲ। ਜੇ ਆਪਣੇ ਤਨ ਮਨ ਦਾ ਦਾਤਾ ਰੱਬ ਜੀ ਨੂੰ ਸਮਝਦੇ ਆ, ਆਪਣੇ ਹਾਲ ਦਾ ਦਾਤਾ ਕਰਤਾ ਪੁਰਖ ਵਾਹਿਗੁਰੂ ਜੀ ਨੂੰ ਬਣਾਈਏ, ਤੇ ਕਿਸੇ ਦੂਜੇ ਪਾਸੇ ਸਾਡਾ ਧਿਆਨ ਨਾ ਜਾਵੇ। ਗੁਰੂ ਨੂੰ ਛੱਡ ਕੇ, ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰ ਨੂੰ ਛੱਡ ਕੇ ਸਾਡੇ ਨੇਤਰ, ਸਾਡੀ ਸੁਰਤ, ਸਾਡਾ ਸਰੀਰ ਕਿਸੇ ਹੋਰ ਪਾਸੇ ਵੱਲ ਵੇਖੇ ਵੀ ਨਾ। ਇੰਨੀ ਪਰਪੱਕ ਬਿਰਤੀ ਆਪਾਂ ਨੇ ਲੈ ਕਰਕੇ ਆਉਣੀ। ਸਾਹਿਬ ਕਹਿੰਦੇ ਇੱਕੋ ਨਾਲ ਪ੍ਰੇਮ ਬਣਾਉਣਾ ਹੈ, ਕਿਸੇ ਹੋਰਨਾਂ ਦੇ ਪਾਸੇ ਵੱਲ ਜਾਣ ਦੀ ਮਨ ਦੇ ਅੰਦਰ ਕੋਈ ਖਿਆਲ ਵੀ ਨਹੀਂ ਆਉਣਾ ਚਾਹੀਦਾ। ਇੱਕੋ ਦਾਤਾ ਮੰਗੀਆ, ਸਭ ਕਿਛ ਪੱਲਾ ਪਾਏ। ਬਸ ਗੁਰੂ ਤੇ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਦਾਤਾ ਜਾਣ ਕੇ ਜੋ ਸਾਡੇ ਮਨ ਦੀ ਵੇਦਨਾ ਹੈ ਉਹ ਗੁਰੂ ਅੱਗੇ ਹਾਜ਼ਰ ਕਰ ਦਈਏ। ਝੋਲੀ ਖਾਲੀ ਕਦੇ ਨਹੀਂ ਰਹੇਗੀ। ਸਾਡਾ ਪਤਾ ਕੀ, ਸਾਡੀ ਮਾਨਸਿਕਤਾ ਇਹ ਹੈ, ਅਸੀਂ ਕਹਿ ਦਿੰਦੇ ਹਾਂ ਵੀ ਅਰਦਾਸ ਕਰਵਾਈ ਸੀ, ਪੂਰੀ ਨਹੀਂ ਹੋਈ। ਭਲਿਆ ਨਾ ਗੁਰੂ ਊਣਾ ਨਾ ਅਰਦਾਸ 'ਚ ਕੋਈ ਫਰਕ ਹੈ। ਬਿਰਤੀ ਤੇਰੀ ਭਾਵਨਾ ਵਿੱਚ ਫਰਕ ਪੈ ਸਕਦਾ ਵੀ ਤੇਰੇ ਕੋਲੋਂ ਭਰੋਸਾ ਹੀ ਨਹੀਂ ਬਣ ਸਕਿਆ। ਸਾਹਿਬ ਆਖਿਆ, ਬਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸ। ਅਰਦਾਸ ਤਾਂ ਕਦੇ ਵਿਅਰਥ ਹੀ ਨਹੀਂ ਜਾਂਦੀ, ਪਰ ਪ੍ਰਵਾਨ ਉਹਨਾਂ ਦੀ ਹੁੰਦੀ ਹੈ ਜਿਹੜੇ ਇੱਕ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਚਿਤਵਦੇ, ਸਿਮਰਦੇ, ਜਿਨ੍ਹਾਂ ਦੀ ਜ਼ੁਬਾਨ ਤੇ ਮੁਖ ਤੇ ਇੱਕੋ ਹੀ ਅਰਾਬੀ ਹੈ। ਬਾਬਾ ਫਰੀਦ ਸਾਹਿਬ ਜੀ ਨੇ ਬੋਲ ਆਖਿਆ, ਦਿਲੋਂ ਮੁਹੱਬਤ ਜਿਨ ਸਹੀ ਸੱਚਿਆ, ਜਿਨ ਮਨ ਹੋਰ ਮੁਖ ਹੋਰ, ਸੇ ਕਾਂਡੇ ਕੱਚਿਆ। ਅਕਾਲ ਪੁਰਖ ਵਾਹਿਗੁਰੂ ਜੀ ਨੂੰ ਦਾਤਾ ਜਾਣੀਏ ਤੇ ਉਸ ਦਾਤੇ ਦੇ ਕੋਲੋਂ ਸਭ ਕੁਝ ਪ੍ਰਾਪਤ ਹੋ ਜਾਵੇਗਾ। ਮਨ ਤਨ ਸਾਸ ਗਿਰਾਸ ਪ੍ਰਭ, ਇੱਕੋ ਇੱਕ ਧਿਆਏ। ਮਨ ਤਨ ਸਵਾਸ ਤੇ ਗਿਰਾਸ ਤੋਂ ਭਾਵ ਹੈ ਵੀ ਬੰਦਾ ਖਾਂਦਿਆਂ ਪੀਂਦਿਆਂ ਵੀ ਚਾਰ ਤਰੀਕਿਆਂ ਦੇ ਨਾਲ ਮਨ ਕਰਕੇ, ਇਸ ਸਰੀਰ ਕਰਕੇ ਰੱਬ ਕਰਤਾ ਪੁਰਖ ਵਾਹਿਗੁਰੂ ਜੀ ਨੂੰ ਯਾਦ ਕਰੇ। ਸਵਾਸ ਸਵਾਸ ਉਹਦੀ ਯਾਦ ਵਿੱਚ ਜੁੜ ਜਾਵੇ। ਸਾਹਿਬ ਸੱਚੇ ਪਾਤਸ਼ਾਹ ਆਖਦੇ ਨੇ, ਨਿਰੰਕਾਰ ਵਾਹਿਗੁਰੂ ਜੀ ਨੂੰ ਇਸ ਤਰੀਕੇ ਦੇ ਨਾਲ ਇੱਕ ਜਾਣ ਕੇ, ਸ੍ਰੇਸ਼ਟ ਜਾਣ ਕਰਕੇ ਧਿਆਉਣਾ ਹੈ। ਅੰਮ੍ਰਿਤ ਨਾਮ ਨਿਧਾਨ ਸੱਚ,
ਗੁਰਮੁਖ ਪਾਇਆ ਜਾਏ। ਕਰਤਾ ਪੁਰਖ ਵਾਹਿਗੁਰੂ ਜੀ ਦਾ ਉਹ ਅੰਮ੍ਰਿਤ ਨਾਮ ਜਿਹੜਾ ਜੀਵਨ ਨੂੰ ਅਮਰ ਕਰ ਦੇਣ ਵਾਲਾ ਹੈ, ਜਿਹਦੇ ਵਿੱਚ ਤਾਕਤ ਹੈ ਸਾਡੇ ਔਗਣਾਂ ਨੂੰ ਖਤਮ ਕਰਕੇ ਸਾਨੂੰ ਪ੍ਰਭੂ ਨਾਲ ਜੋੜਨ ਦੀ, ਗੁਰੂ ਦੀ ਕਿਰਪਾ ਦੇ ਦੁਆਰਾ ਉਹ ਖਜ਼ਾਨਾ, ਉਹ ਨਾਮ ਰੂਪੀ ਖਜ਼ਾਨਾ ਪ੍ਰਾਪਤ ਹੁੰਦਾ ਹੈ। ਵਡਭਾਗੀ ਤੇ ਸੰਤ ਜਨ ਜਿਨ ਮਨ ਉਠਾਏ। ਉਹ ਰੱਬ ਦੇ ਪਿਆਰੇ ਵੱਡਿਆਂ ਭਾਗਾਂ ਵਾਲੇ ਜਾਣੀਏ ਜਿਨ੍ਹਾਂ ਦੇ ਮਨ ਵਿੱਚ ਕਰਤਾ ਪੁਰਖ ਵਾਹਿਗੁਰੂ ਜੀ ਆ ਕਰਕੇ ਵਸ ਗਏ ਹਨ। ਜਲ ਥਲ ਮਹੀਲ ਰਵ ਰਹਿਆ ਦੂਜਾ ਕੋਈ ਨਾਹੇ। ਉਸ ਨਿਰੰਕਾਰ ਵਾਹਿਗੁਰੂ ਜੀ ਦੀ ਸ੍ਰੇਸ਼ਟਤਾਈ ਇਹ ਹੈ, ਜਲ ਤੇ ਥਲ ਚੌਂ ਕੁੰਟੀ ਬ੍ਰਹਿਮੰਡ ਦੇ ਜ਼ਰਰੇ ਜ਼ਰਰੇ ਅੰਦਰ ਉਸ ਕਰਤਾ ਪੁਰਖ ਵਾਹਿਗੁਰੂ ਜੀ ਦੀ ਜੋਤ ਟਿਕੀ ਹੋਈ ਹੈ। ਨਾਮ ਧਿਆਈ ਨਾਮ ਉਚਰਾ ਨਾਨਕ ਖਸਮ ਰਜਾਏ। ਸੱਚੇ ਪਾਤਸ਼ਾਹ ਮਹਾਰਾਜ ਜੀ ਬਖਸ਼ਿਸ਼ ਕਰ ਰਹੇ ਹਨ, ਸ਼ਲੋਕ ਦੀ ਸਮਾਪਤੀ ਤੇ ਕੇਵਲ ਨਾਮ ਨੂੰ ਧਿਆਈਏ, ਨਾਮ ਦੇ ਨਾਲ ਜੁੜ ਜਾਈਏ ਔਰ ਨਾਮ ਵਿੱਚ ਜੁੜਨ ਕਰਕੇ ਕਰਤਾ ਪੁਰਖ ਵਾਹਿਗੁਰੂ ਜੀ ਦੀ ਰਜ਼ਾ, ਉਹਦੇ ਹੁਕਮ ਅੰਦਰ ਚੱਲਣ ਦਾ ਸਾਨੂੰ ਗੁਣ ਪ੍ਰਾਪਤ ਹੋ ਜਾਵੇ। ਇਹ ਦਾਤ ਆਪਾਂ ਗੁਰੂ ਦੇ ਕੋਲੋਂ ਪ੍ਰਾਪਤ ਕਰਨੀ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਿਰਪਾ ਕਰਨ। ਸਾਡਾ ਪੂਰਨ ਭਰੋਸਾ ਗੁਰੂ ਕੇ ਬਚਨਾਂ ਤੇ, ਗੁਰੂ ਕੀ ਬਾਣੀ ਤੇ ਬਣ ਆਵੇ, ਤਾਂ ਕਿ ਇਹ ਲੋਕ ਸੁਖੀਏ ਪਰਲੋਕ ਸੁਹੇਲੇ ਹੋ ਸਕਣ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਨੇ ਕਿਰਪਾ ਕੀਤੀ, ਸਾਹਿਬਾਂ ਦੀ ਬਖਸ਼ਿਸ਼ ਹੋਈ। ਗੁਰੂ ਰਾਮਦਾਸ ਮਹਾਰਾਜ ਜੀ ਦੇ ਤਰਸ ਸਦਕਾ ਪਵਿੱਤਰ ਸ੍ਰੀ ਮੁਖ ਵਾਕ ਅਤੇ ਲੜੀਵਾਰ ਬਚਨਾਂ ਦੀ ਵਿਚਾਰ ਆਪ ਜੀ ਨਾਲ ਸਾਂਝ ਪਾਈ ਹੈ। ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਲਈ ਖਿਮਾ ਬਖਸ਼ ਦੇਣਾ। ਬਚਨ ਗੁਰੂ ਕੇ ਜਾਣ ਕੇ ਹਿਰਦੇ ਅੰਦਰ ਵਸਾਉਣ ਦਾ ਯਤਨ ਕਰਿਓ। ਕੋਟਾਨ ਕੋਟ ਸ਼ੁਕਰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ, ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ, ਜਿਨ੍ਹਾਂ ਨੇ ਕਿਰਪਾ ਕੀਤੀ, ਬਲ ਬਖਸ਼ਿਆ, ਆਪ ਸੰਗਤਾਂ ਦੇ ਨਾਲ ਵਿਚਾਰਾਂ ਦੀ ਸਾਂਝ ਪਾਈ। ਆਪ ਸੰਗਤਾਂ ਦਾ ਧੰਨਵਾਦ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੁੱਚੇ ਪ੍ਰਬੰਧ ਦਾ ਹਾਰਦਿਕ ਧੰਨਵਾਦ। ਭੁੱਲਾਂ ਲਈ ਖਿਮਾ। ਆਓ ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ। ਜਲ ਥਲ ਮਹੀਲ ਰਵ ਰਹਿਆ ਦੂਜਾ ਕੋਈ ਨਾਹੇ। ਨਾਮ ਧਿਆਈ ਨਾਮ ਉਚਰਾ ਨਾਨਕ ਖਸਮ ਰਜਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।